बोलिए हालेलुया, हालेलुया। हालेलुया। एक बहुत ही कीमती समा है, बहुत ही अद्भुत समा है कि ਅਸੀਂ ਪਰਮੇਸ਼ਵਰ ਦਾ ਵਚਨ ਸੁਣਨ ਦੇ ਲਈ ਜਾ ਰਹੇ ਹਾਂ। ਵਚਨ ਦੇ ਵਿੱਚ ਲਿਖਿਆ ਹੈ ਕਿ ਜੇ ਤੂੰ ਉਸ ਦਾ ਵਚਨ ਸੁਣੇਗਾ, ਉਸ ਨੂੰ ਸੁਣ ਕੇ ਆਪਣੀ ਜ਼ਿੰਦਗੀ 'ਚ ਮੰਨੇਗਾ, ਉਸ ਦੇ ਉੱਤੇ ਚੱਲੇਗਾ, ਤਾਂ ਤੇਰੀ ਕੋਈ ਵੀ ਜੋ ਆਸ਼ੀਸ਼ਾ ਰੁਕ ਨਹੀਂ ਸਕਦੀ। ਹਾਲੇਲੂਇਆ। ਅੱਜ ਆਸ਼ੀਸ਼ਾ ਕਿਉਂ ਰੁਕਦੀਆਂ ਨੇ? ਆਪਾਂ ਪਰਮੇਸ਼ਵਰ ਦੇ ਵਚਨ ਨੂੰ ਸੁਣ ਕੇ ਉਸ ਨੂੰ ਮੰਨਦੇ ਨਹੀਂ। ਹਾਲੇਲੂਇਆ। ਪਲੀਜ਼ ਇਹਨਾਂ ਭੈਣ ਭਾਈਆਂ ਦੇ ਫੋਨ ਆਨ ਨੇ, ਬੰਦ ਰੱਖੀਏ, ਸਾਈਲੈਂਟ ਤੇ ਰੱਖੀਏ। ਆਪਾਂ ਪਰਮੇਸ਼ਵਰ ਦੇ ਵਚਨ ਦੇ ਵੱਲ ਜਾ ਰਹੇ ਹਾਂ। ਇਹ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ ਹੈ। ਬੋਲੀ ਹਾਲੇਲੂਇਆ, ਹਾਲੇਲੂਇਆ। ਅੱਜ ਕਿਹੜਾ ਸੰਡੇ ਆ? ਪਾਮ ਸੰਡੇ, ਪੰਜਾਬੀ ਦੇ ਵਿੱਚ ਕਹੀਏ ਖਜੂਰੀ ਸੰਡੇ। ਜੋ ਅੱਜ ਤੋਂ ਬਾਅਦ ਇਹ ਹਫਤਾ ਸ਼ੁਰੂ ਹੋਣ ਜਾ ਰਿਹਾ, ਬਹੁਤ ਹੀ ਪਵਿੱਤਰ ਹਫਤਾ, ਇਸ ਨੂੰ ਹੋਲੀ ਵੀਕ ਦੇ ਨਾਮ ਨਾਲ ਜਾਣਿਆ ਜਾਂਦਾ, ਇੱਕ ਪਵਿੱਤਰ ਹਫਤੇ ਦੇ ਨਾਮ ਨਾਲ ਜਾਣਿਆ ਜਾਂਦਾ। ਪੂਰੀ ਦੁਨੀਆ ਦੇ ਵਿੱਚ ਇਸ ਦਿਨ ਦੀ ਛੁੱਟੀ ਹੁੰਦੀ ਆ, ਗੁੱਡ ਫਰਾਈਡੇ ਦੀ ਛੁੱਟੀ ਹੁੰਦੀ ਆ, ਈਸਟਰ ਦੀ ਛੁੱਟੀ ਹੁੰਦੀ ਆ, ਕਿਉਂਕਿ ਇੱਕ ਮਾਤਰ ਯਿਸੂ ਮਸੀਹ ਨੇ ਜੋ ਮੁਰਦਿਆਂ ਦੇ ਵਿੱਚੋਂ ਜੀ ਉੱਠੇ। ਅੱਜ ਆਪਾਂ ਇਸ ਮੀਟਿੰਗ ਦੇ ਵਿੱਚ ਆਇਆ, ਪਾਮ ਸੰਡੇ ਦੀ ਮੀਟਿੰਗ ਆ। ਪਾਮ ਸੰਡੇ ਕਿਉਂ ਮਨਾਇਆ ਜਾਂਦਾ, ਇਸ ਦੇ ਪਿੱਛੇ ਕਾਰਨ ਕੀ ਆ, ਅੱਜ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਚੱਲਾਂਗੇ। ਸੱਚਮੁੱਚ ਜੋ ਪਰਮੇਸ਼ਰ ਦੇ ਵਚਨ ਨੂੰ ਅਹਿਮੀਅਤ ਦਿੰਦੇ ਨੇ ਉਹ ਕਦੇ ਵੀ ਪਿੱਛੇ ਨਹੀਂ ਰਹਿ ਸਕਦੇ। ਹਾਲੇਲੂਇਆ। ਆਈਏ ਪਰਮੇਸ਼ਰ ਦੇ ਵਚਨ ਨੂੰ ਖੋਲਾਂਗੇ, ਬਾਈਬਲ ਨੂੰ ਖੋਲਾਂਗੇ। ਜਿੰਨਾ ਭੈਣ ਭਾਈਆਂ ਕੋਲ ਬਾਈਬਲ ਹੈ ਆਪਣੀ ਬਾਈਬਲ ਖੋਲਣਗੇ, ਜਿਨ੍ਹਾਂ ਕੋਲ ਨਹੀਂ ਹੈ ਕੋਈ ਗੱਲ ਨਹੀਂ, ਆਪਣੀ ਬਾਈਬਲ ਨੂੰ ਹਰੇਕ ਸੰਡੇ ਨਾਲ ਲੈ ਕੇ ਆਇਆ ਕਰੋ। ਪੜਾਂਗੇ ਮੱਤੀ 21 ਦੀ 1, ਮੱਤੀ 21 ਦੀ 1। ਤਾਂ ਯਿਸੂ ਨੇ 2 ਚੇਲਿਆਂ ਨੂੰ ਘੱਲਿਆ ਅਤੇ ਉਹਨਾਂ ਨੂੰ ਕਿਹਾ, ਉਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ, ਅਤੇ ਵੜਦੇ ਹੀ ਤੁਸੀਂ ਇੱਕ ਗਧੀ ਬੰਨੀ ਹੋਈ ਔਰ ਉਹਦੇ ਨਾਲ ਬੱਚੇ ਨੂੰ ਪਾਓਗੇ, ਸੋ ਖੋਲ ਕੇ ਮੇਰੇ ਕੋਲ ਲਿਆਓ। ਔਰ ਜੇ ਕੋਈ ਤੁਹਾਨੂੰ ਕੁਝ ਕਹੇ ਤਾਂ ਕਹਿਣਾ, ਭਾਈ ਪ੍ਰਭੂ ਨੂੰ ਇਹਨਾਂ ਦੀ ਲੋੜ ਹੈ, ਫਿਰ ਉਹ ਉਸੇ ਵੇਲੇ ਉਹਨਾਂ ਨੂੰ ਘੱਲ ਦੇਵੇਗਾ। ਸੋ ਇਹ ਇਸ ਲਈ ਹੋਇਆ ਕਿ ਨਬੀ ਦਾ ਇਹ ਵਚਨ ਪੂਰਾ ਹੋਵੇ, ਸਿਯੋਨ ਦੀ ਧੀ ਨੂੰ ਆਖੋ, ਵੇਖ ਤੇਰਾ ਪਾਤਸ਼ਾਹ ਅਧੀਨਗੀ ਨਾਲ ਗਧੀ ਉੱਤੇ, ਸਗੋਂ ਗਧੀ ਦੇ ਬੱਚੇ ਉੱਤੇ ਸਵਾਰ ਹੋ ਕੇ ਤੇਰੇ ਕੋਲ ਆਉਂਦਾ ਹੈ। ਤਾਂ ਚੇਲਿਆਂ ਨੇ ਜਾ ਕੇ ਜ਼ਿਕਰ ਯਿਸੂ ਨੇ ਹੁਕਮ ਦਿੱਤਾ ਸੀ ਤਿਹਾ ਹੀ ਕੀਤਾ, ਅਤੇ ਗਧੀ ਨੂੰ ਬੱਚੇ ਸਣੇ ਲਿਆਏ ਔਰ ਆਪਣੇ ਲੀੜੇ ਉਹਨਾਂ ਦੇ ਉੱਤੇ ਪਾ ਦਿੱਤੇ, ਅਤੇ ਉਹ ਉਹਨਾਂ ਉੱਤੇ ਚੜ ਬੈਠਾ। ਅਤੇ ਭੀੜ ਦੇ ਬਹੁਤਿਆਂ ਲੋਕਾਂ ਨੇ ਆਪਣੇ ਲੀੜੇ ਰਸਤੇ ਵਿੱਚ ਵਿਛਾਏ, ਪਰ ਹੋਰਨਾਂ ਨੇ ਵਿਰਛਾਂ ਦੀਆਂ ਡਾਲੀਆਂ ਵੱਢ ਕੇ ਰਸਤੇ ਵਿੱਚ ਵਿਛਾ ਦਿੱਤੀਆਂ। ਅਤੇ ਭੀੜ ਜਿਹੜੀ ਉਹਦੇ ਅੱਗੇ ਪਿੱਛੇ ਚੱਲੀ ਜਾਂਦੀ ਸੀ ਉੱਚੀ ਆਵਾਜ਼ ਨਾਲ ਆਖਣ ਲੱਗੀ, ਹੋਸੰਨਾ, ਦਾਊਦ ਦੇ ਪੁੱਤਰ ਨੂੰ ਮੁਬਾਰਕ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ, ਪਰਮ ਧਾਮ ਵਿੱਚ ਹੋਸੰਨਾ। ਔਰ ਜਦ ਉਹ ਯਰੂਸ਼ਲਮ ਵਿੱਚ ਵੜਿਆ ਤਾਂ ਸਾਰਾ ਸ਼ਹਿਰ ਇਹ ਆਖ ਕੇ ਹਿੱਲ ਗਿਆ ਕਿ ਇਹ ਕੌਣ ਹੈ। ਤਾਂ ਲੋਕਾਂ ਨੇ ਆਖਿਆ, ਇਹ ਯਿਸੂ ਗਲੀਲ ਦੇ ਨਾਸਰਤ ਦਾ ਨਬੀ ਹੈ। ਆਮੀਨ, ਆਮੀਨ, ਆਮੀਨ। ਧੰਨਵਾਦ ਪਰਮੇਸ਼ਵਰ ਦਾ। ਹਾਲੇਲੂਇਆ। ਆਪਾਂ ਇੱਥੇ ਤੱਕ ਪਰਮੇਸ਼ਵਰ ਦਾ ਵਚਨ ਸੁਣਿਆ। ਇਹਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਯਿਸੂ ਮਸੀਹ ਨੇ ਯਰੂਸ਼ਲਮ ਦੇ ਵਿੱਚ ਐਂਟਰ ਹੋਣਾ ਸੀ, ਯਿਸੂ ਮਸੀਹ ਨੇ ਯਰੂਸ਼ਲਮ ਦੇ ਅੰਦਰ, ਯਰੂਸ਼ਲਮ ਸ਼ਹਿਰ ਦੇ ਅੰਦਰ ਜਾਣਾ ਸੀ, ਤਾਂ ਉੱਥੇ ਯਿਸੂ ਮਸੀਹ ਨੇ ਆਪਣੇ 2 ਚੇਲਿਆਂ ਨੂੰ ਕੀ ਆਖਿਆ ਕਿ ਤੁਸੀਂ ਅੱਗੇ ਜਾਓਗੇ, ਇੱਕ ਗਧੀ ਆ ਤੇ ਇੱਕ ਉਹਦਾ ਬੱਚਾ ਉੱਥੇ ਬੰਨਿਆ ਹੋਇਆ, ਤੁਸੀਂ ਉਸ ਨੂੰ ਖੋਲ ਕੇ ਮੇਰੇ ਕੋਲ ਲੈ ਕੇ ਆਓ। ਜੇ ਤੁਹਾਨੂੰ ਕੋਈ ਕੁਝ ਕਹੇਗਾ ਕਿ ਇਹ ਗਧੀ ਦੇ ਬੱਚੇ ਨੂੰ ਕਿਉਂ ਖੋਲ ਰਹੇ ਹੋ ਜਾਂ ਗਧੀ ਨੂੰ ਕਿਉਂ ਖੋਲ ਰਹੇ ਹੋ, ਤਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਕਿ ਸਾਨੂੰ ਪ੍ਰਭੂ ਨੇ ਆਖਿਆ ਵੀ ਇਹ ਪ੍ਰਭੂ ਦੇ ਕੋਲ ਸਾਨੂੰ ਲੈ ਕੇ ਜਾਣ ਦਿਓ। ਉਹਨਾਂ ਨੇ ਉਸੇ ਤਰ੍ਹਾਂ ਕੀਤਾ। ਜਦੋਂ ਉਹ ਲੈਣ ਦੇ ਲਈ ਗਏ ਤਾਂ ਕੁਝ ਲੋਕਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਗਧੀ ਨੂੰ ਕਿਉਂ ਖੋਲ ਰਹੇ ਹੋ, ਨਾਲੇ ਇਸ ਦੇ ਬੱਚੇ ਨੂੰ ਕਿਉਂ ਖੋਲ ਰਹੇ ਹੋ।
ਉਹ ਕਹਿੰਦੇ ਕਿ ਸਾਨੂੰ ਪ੍ਰਭੂ ਨੇ ਕਿਹਾ ਇਸ ਲਈ ਅਸੀਂ ਖੋਲ ਰਹੇ ਹਾਂ। ਤਾਂ ਉਸੇ ਤਰ੍ਹਾਂ ਹੋਇਆ। ਉਹ ਲੋਕਾਂ ਨੇ ਕੀ ਕੀਤਾ, ਉਹ ਕਹਿੰਦੇ ਕਿ ਤੁਸੀਂ ਇਸ ਨੂੰ ਆਪਣੇ ਨਾਲ ਲਿਜਾ ਸਕਦੇ ਹੋ, ਆਪਣੇ ਨਾਲ ਲਿਜਾ ਸਕਦੇ ਹੋ। ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਯਿਸੂ ਮਸੀਹ ਦੇ ਕੋਲ ਉਹ ਗੱਦੀ ਦੇ ਬੱਚੇ ਨੂੰ ਲੈ ਕੇ ਆਉਂਦੇ ਆ, ਉਸ ਦੇ ਉੱਤੇ ਆਪਣੇ ਕੱਪੜਿਆਂ ਨੂੰ ਪਾ ਦਿੰਦੇ ਨੇ, ਉਹ ਯਿਸੂ ਮਸੀਹ ਨੂੰ ਉਸ ਦੇ ਉੱਪਰ ਬਿਠਾ ਦਿੰਦੇ ਨੇ। ਬਹੁਤ ਲੋਕ ਯਿਸੂ ਮਸੀਹ ਦੇ ਸਵਾਗਤ ਦੇ ਲਈ ਉਹਨਾਂ ਦੇ ਪੈਰਾਂ ਦੇ ਵਿੱਚ ਖਜੂਰਾਂ ਦੀਆਂ ਡਾਲੀਆਂ ਹੁੰਦੀਆਂ ਨੇ, ਖਜੂਰੇ ਦੀਆਂ ਡਾਲੀਆਂ ਸਿੱਟ ਦਿੰਦੇ ਨੇ। ਐਵੇਂ ਉਹ ਕੀ ਕਹਿੰਦੇ ਜਾਂਦੇ ਨੇ, ਹੋਸਨਾ ਹੋਸਨਾ, ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਦੇ ਉੱਤੇ ਆਉਂਦਾ ਹੈ। ਉਹ ਇਦਾਂ ਕਿਉਂ ਕਰ ਰਹੇ ਸੀ? ਇਸ ਗੱਲ ਦੀ ਹਜ਼ਾਰਾਂ ਸਾਲ ਪਹਿਲਾਂ ਭਵਿੱਖਬਾਣੀ ਹੋ ਚੁੱਕੀ ਸੀ। ਇੱਕ ਨਬੀ ਦੇ ਦੁਆਰਾ ਹਜ਼ਾਰਾਂ ਸਾਲ ਪਹਿਲਾਂ ਭਵਿੱਖਬਾਣੀ ਹੋ ਚੁੱਕੀ ਸੀ ਵੀ ਇੱਕ ਰਾਜਾ ਆਵੇਗਾ, ਉਹ ਯਰੂਸ਼ਲਮ ਦੇ ਵਿੱਚ ਇੱਕ ਗਧੀ ਦੇ ਬੱਚੇ ਦੇ ਉੱਤੇ ਸਵਾਰ ਹੋ ਕੇ ਆਵੇਗਾ। ਸਾਰੇ ਲੋਕ ਸੀ ਉਸ ਭਵਿੱਖਬਾਣੀ ਨੂੰ ਜਾਣਦੇ ਸੀ। ਉਹ ਸੋਚਦੇ ਸੀ ਕਿ ਯਿਸੂ ਮਸੀਹ ਸਾਡਾ ਇਸ ਦੁਨੀਆ ਦੇ ਵਿੱਚ ਰਾਜਾ ਹੈ, ਉਹ ਰਾਜਾ ਬਣ ਕੇ ਆਇਆ ਹੈ। ਆइए ਉਸ ਬਚਨ ਨੂੰ ਪੜਾਂਗੇ। ਯਕਰੀਆ 9:9 ਪੜ੍ਹੀਏ। ਯਕਰੀਆ 9:9 ਪੜ੍ਹੀਏ। ਪੜ੍ਹੀਏ, ਮੈਂ ਪੜ੍ਹਦਾ। ਯਕਰੀਆ 9:9 ਉਹਦੇ ਵਿੱਚ ਲਿਖਿਆ, ਹੇ ਸਿਯੋਨ ਦੀ ਧੀਏ ਬਹੁਤ ਖੁਸ਼ ਹੋ, ਹੇ ਯਰੂਸ਼ਲਮ ਦੀ ਧੀਏ ਲਲਕਾਰ, ਵੇਖ ਤੇਰਾ ਪਾਤਸ਼ਾਹ ਤੇਰੇ ਕੋਲ ਆਉਂਦਾ ਹੈ, ਉਹ ਧਰਮੀ ਹੈ ਅਤੇ ਸੁਰਜੀਤ ਹੈ, ਉਹ ਅਧੀਨ ਹੈ ਅਤੇ ਗਧੇ ਦੇ ਜਵਾਨ ਬੱਚੇ ਉੱਤੇ ਸਵਾਰ ਹੈ। ਹਾਲੇਲੂਇਆ। ਇੱਥੇ ਲਿਖਿਆ ਜਾਗ ਵੀ ਜਿਹੜਾ ਤੇਰਾ ਰਾਜਾ, ਯਰੂਸ਼ਲਮ ਦਾ ਰਾਜਾ, ਉਹ ਕੀ ਇੱਕ ਗਧੇ ਦੇ ਬੱਚੇ ਦੇ ਉੱਤੇ ਸਵਾਰ ਹੋ ਕੇ ਆਉਂਦਾ ਹੈ। ਜਦੋਂ ਯਿਸੂ ਮਸੀਹ ਨੇ ਉਸ ਬੱਚੇ ਦੇ ਉੱਤੇ ਸਵਾਰੀ ਕੀਤੀ, ਸਿਰਫ ਗਧੇ ਦੇ ਉੱਤੇ ਕਿਉਂ ਸਵਾਰੀ ਕੀਤੀ? ਕੋਈ ਹਾਥੀ ਦੇ ਉੱਤੇ ਵੀ ਆ ਸਕਦੇ ਸੀ, ਘੋੜੇ ਦੇ ਉੱਤੇ ਵੀ ਆ ਸਕਦੇ ਸੀ, ਕਿਸੇ ਹੋਰ ਆਲੀਸ਼ਾਨ ਜਾਨਵਰ ਦੇ ਉੱਤੇ ਬੈਠ ਕੇ ਵੀ ਆ ਸਕਦੇ ਸੀ। ਸਿਰਫ ਗਧੇ ਦੇ ਉੱਤੇ ਹੀ ਕਿਉਂ ਬੈਠ ਕੇ ਉਹਨਾਂ ਨੇ ਯਰੂਸ਼ਲਮ ਦੇ ਵਿੱਚ ਐਂਟਰ ਕੀਤਾ? ਕਿਉਂਕਿ ਜੋ ਇੱਕ ਇਹ ਜਾਨਵਰ ਆ, ਇਹ ਨਮਰਤਾ ਨੂੰ ਦਰਸਾਉਂਦਾ। ਇਸ ਦਾ ਮਾਲਕ ਇਸ ਤੇ ਜਿੰਨਾ ਮਰਜ਼ੀ ਬੋਝ ਪਾ ਦੇਵੇ, ਇਹ ਫਿਰ ਵੀ ਖਿੱਚਦਾ ਰਹਿੰਦਾ। ਤੁਸੀਂ ਬਾਜ਼ਾਰ ਦੇ ਵਿੱਚ ਦੇਖੇ ਹੋਣਗੇ, ਗਧਿਆਂ ਦੇ ਪਿੱਛੇ ਬਹੁਤ ਭਾਰ ਲੱਦਿਆ ਹੁੰਦਾ, ਬਹੁਤ ਹੀ ਭਾਰੀ ਕੰਮ ਕਰਦੇ ਨੇ, ਪਰ ਉਹ ਫਿਰ ਵੀ ਆਪਦੇ ਮਾਲਕ ਦੇ ਲਈ ਹੌਲੀ 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 ਖਿੱਚਦਾ ਜਾਂਦਾ। ਹਾਲੇਲੂਇਆ। ਇਸ ਲਈ ਯਿਸੂ ਮਸੀਹ ਨੇ ਆਪਦੇ ਆਪ ਨੂੰ ਇਸ ਤਰ੍ਹਾਂ ਦਿਖਾਇਆ ਕਿ ਮੈਂ ਇੱਕ ਨਮਰ ਹਾਂ। ਜਦੋਂ ਉਸ ਜਗ੍ਹਾ ਤੇ ਯਿਸੂ ਮਸੀਹ ਦੇ ਉਸਦੇ ਚੇਲੇ ਪਹੁੰਚੇ ਤਾਂ ਯਿਸੂ ਮਸੀਹ ਦੇ ਚੇਲੇ ਕੀ ਉੱਥੇ ਗਵਾਹੀ ਦੇਣ ਲੱਗੇ ਵੀ ਯਿਸੂ ਮਸੀਹ ਨੇ ਲਾਜ਼ਰ ਨੂੰ ਜਿੰਦਾ ਕੀਤਾ, ਯਿਸੂ ਮਸੀਹ ਬਹੁਤ ਮਹਾਨ ਪਰਮੇਸ਼ਵਰ ਆ। ਕੁਝ ਫਰੀਸੀ ਸੀ, ਉਹ ਕੀ ਕਹਿਣ ਲੱਗੇ ਵੀ ਤੁਸੀਂ ਯਿਸੂ ਮਸੀਹ ਦੀ ਗਵਾਹੀ ਨਾ ਦਿਓ। ਪਰ ਯਿਸੂ ਮਸੀਹ ਨੇ ਉਹਨਾਂ ਨੂੰ ਕੀ ਆਖਿਆ? ਪੜਾਂਗੇ ਆਪਾਂ ਲੂਕਾ 19:39 ਦੇ ਵਿੱਚ ਪੜ੍ਹੀਏ। ਲੂਕਾ 19:39 ਜਲਦੀ ਖੋਲ ਲਈਏ। ਲੂਕਾ 19:39। ਜਿਨ੍ਹਾਂ ਭੈਣ ਭਾਈਆਂ ਦੇ ਕੋਲ ਬਾਈਬਲ ਨਹੀਂ ਆ, ਪਲੀਜ਼ ਆਪਣੀ ਬਾਈਬਲ ਲੈ ਕੇ ਆਇਆ ਕਰੋ, ਤਾਂ ਕਿ ਤੁਹਾਨੂੰ ਵੀ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਜੋ ਸਿੱਖਣ ਨੂੰ ਮਿਲਦਾ, ਕਿ ਕਾਪੀ ਲੈ ਕੇ ਆਇਆ ਕਰੋ, ਉਸ ਦੇ ਉੱਤੇ ਲਿਖ ਲਿਆ ਕਰੋ ਇੱਕ ਪੈਨ ਦੇ ਨਾਲ, ਤਾਂ ਕਿ ਤੁਸੀਂ ਘਰੇ ਜਾ ਕੇ ਉਸ ਵਚਨ ਦਾ ਮਨਨ ਕਰ ਸਕੋ। ਤਦ ਭੀੜ ਵਿੱਚੋਂ ਕਿੰਨਿਆਂ ਫਰੀਸੀਆਂ ਨੇ ਉਹਨੂੰ ਕਿਹਾ, ਗੁਰੂ ਜੀ ਆਪਣੇ ਚੇਲਿਆਂ ਨੂੰ ਵਰਜ। ਉਸ ਉੱਤਰ ਦਿੱਤਾ, ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਇਹ ਚੁੱਪ ਕਰ ਜਾਣ ਤਾਂ ਪੱਥਰ ਬੋਲ ਬੋਲੀ ਉੱਠਣਗੇ। ਹਾਲੇਲੂਇਆ। ਹਾਲੇਲੂਇਆ। ਉਹ ਲੋਕ ਕੀ ਕਹਿਣ ਲੱਗੇ ਕਿ ਯਿਸੂ ਮਸੀਹ ਤੁਸੀਂ ਆਪਦੇ ਚੇਲਿਆਂ ਨੂੰ ਕਹੋ ਕਿ ਤੁਹਾਡੀ ਗਵਾਹੀ ਨਾ ਦੇਣ ਕਿ ਯਿਸੂ ਮਸੀਹ ਚੰਗਾ ਕਰਦਾ ਹੈ, ਯਿਸੂ ਮਸੀਹ ਆਜ਼ਾਦ ਕਰਦਾ ਹੈ। ਤਾਂ ਯਿਸੂ ਮਸੀਹ ਨੇ ਉਹਨਾਂ ਫਰੀਸੀਆਂ ਨੂੰ ਕੀ ਆਖਿਆ ਕਿ ਜੇ ਮਨੁੱਖ ਮੇਰੀ ਆਰਾਧਨਾ ਕਰਨ ਤੋਂ, ਮੇਰੇ ਬਾਰੇ ਦੱਸਣ ਤੋਂ ਹਟ ਜਾਣਗੇ ਤਾਂ ਪੱਥਰ ਕੀ ਆ? ਬੋਲਣ ਲੱਗ ਜਾਣਗੇ। ਹਾਲੇਲੂਇਆ। ਜੇ ਇਨਸਾਨ ਮਹਿਮਾ ਨਹੀਂ ਕਰੇਗਾ ਤਾਂ ਇਹ ਪੱਥਰ ਪਰਮੇਸ਼ਵਰ ਦੀ ਮਹਿਮਾ ਕਰਨਗੇ। ਬੋਲੀ ਹਾਲੇਲੂਇਆ। ਅੱਜ ਉਸੇ ਤਰ੍ਹਾਂ ਇਨਸਾਨ ਹੈ। ਯਿਸੂ ਮਸੀਹ ਜਦੋਂ ਉਸ ਅੰਦਰ ਗਏ, ਆਪਾਂ ਪੜਾਂਗੇ ਮੱਤੀ 12 ਪੜ੍ਹੀਏ 21:12। ਫਿਰ ਯਿਸੂ ਪਰਮੇਸ਼ਰ ਦੀ ਹੈਕਲ ਵਿੱਚ ਗਿਆ ਅਤੇ ਉਹਨਾਂ ਸਭਨਾਂ ਨੂੰ ਜਿਹੜੇ ਹੈਕਲ ਵਿੱਚ ਵੇਚਦੇ ਅਰ ਮੁੱਲ ਲੈਂਦੇ ਸਨ ਕੱਢ ਦਿੱਤਾ, ਅਤੇ ਸਰਾਫਾਂ ਦੇ ਤਖਤਪੋਸ਼ ਅਰ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਸੁੱਟੀਆਂ, ਅਤੇ ਉਹਨਾਂ ਨੂੰ ਕਿਹਾ ਕਿ ਲਿਖਿਆ ਹੈ, ਜੋ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ, ਪਰ ਤੁਸੀਂ ਉਹਨੂੰ ਡਾਕੂਆਂ ਦੀ ਖੋਹ ਬਣਾਉਂਦੇ ਹੋ। ਅਤੇ ਹੈਕਲ ਵਿੱਚ
ਅੰਨੇ ਅਰ ਲੰਗੇ ਉਹਦੇ ਕੋਲ ਆਏ ਅਤੇ ਉਸ ਨੇ ਉਹਨਾਂ ਨੂੰ ਚੰਗਾ ਕੀਤਾ। ਹਾਲੇਲੂਇਆ। ਅੱਜ ਇਹ ਪਾਮ ਸੰਡੇ ਤੇ ਇਹੀ ਵਚਨ ਆ ਕਿ ਜਦੋਂ ਯੀਸ਼ੂ ਮਸੀਹ ਗਧੇ ਦੇ ਵਿੱਚ ਤੋਂ ਉਤਰ ਕੇ ਹੈਕਲ ਦੇ ਵਿੱਚ ਅੰਦਰ ਗਏ ਤਾਂ ਕੁਝ ਲੋਕ ਕੀ ਆ ਉੱਥੇ ਵਪਾਰ ਕਰ ਰਹੇ ਸੀ। ਵਚਨ ਦੇ ਵਿੱਚ ਕੀ ਆ, ਪਰਮੇਸ਼ਰ ਦੇ ਭਵਨ ਦੇ ਵਿੱਚ ਕੀ ਆ, ਵਪਾਰ ਕਰ ਰਹੇ ਸੀ। ਕੋਈ ਕਬੂਤਰ ਵੇਚ ਰਿਹਾ ਸੀ, ਕੋਈ ਕੁਝ ਕਰ ਰਿਹਾ ਸੀ। ਯੀਸ਼ੂ ਮਸੀਹ ਨੇ ਉਹਨਾਂ ਨੂੰ ਕੀ ਆ, ਡਾਂਟ ਮਾਰੀ, ਉਹਨਾਂ ਸਾਰਿਆਂ ਨੂੰ ਬਾਹਰ ਕੱਢ ਦਿੱਤਾ। ਉਹਨਾਂ ਨੇ ਕੀ ਆਖਿਆ ਕਿ ਤੁਸੀਂ ਨਹੀਂ ਜਾਣਦੇ ਕਿ ਇਹ ਮੰਦਿਰ ਬਹੁਤ ਹੀ ਪਵਿੱਤਰ ਮੰਦਿਰ ਹੈ, ਤੁਸੀਂ ਇਸ ਦਾ ਕਿਸ ਤਰ੍ਹਾਂ ਨਾਸ਼ ਕਰਦੇ ਹੋ। ਅੱਜ ਦਾ ਮੰਦਿਰ ਕੀ ਹੈ? ਅੱਜ ਦਾ ਮੰਦਿਰ ਹੈ ਤੁਹਾਡਾ ਸਰੀਰ। ਤੁਸੀਂ ਆਪਣੇ ਸਰੀਰ ਦਾ ਕਿਸ ਰੀਤੀ ਦੇ ਨਾਲ ਇਸਤੇਮਾਲ ਕਰਦੇ ਹੋ। ਜਾਂ ਤੁਸੀਂ ਉਸ ਨੂੰ ਪਾਪ ਦੇ ਵਿੱਚ ਲਿਜਾ ਕੇ, ਗਲਤ ਕੰਮਾਂ ਦੇ ਵਿੱਚ ਲਿਜਾ ਕੇ, ਕਿਸੇ ਗਲਤ ਰਿਲੇਸ਼ਨ ਦੇ ਵਿੱਚ ਲਿਜਾ ਕੇ ਉਸ ਦਾ ਨਾਸ਼ ਕਰਦੇ ਹੋ, ਜਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਪਰਮੇਸ਼ਵਰ ਦੇ ਲਈ ਤਿਆਰ ਕਰਦੇ ਹੋ। ਨਵੇਂ ਨਿਯਮ ਦੇ ਵਿੱਚ ਲਿਖਿਆ ਤੁਸੀਂ ਉਸ ਦੇ ਲਹੂ ਦੇ ਨਾਲ ਮੁੱਲ ਖਰੀਦੇ ਗਏ ਹੋ। ਤੁਸੀਂ ਹੁਣ ਆਪਦੀ ਮਰਜ਼ੀ ਦੇ ਅਨੁਸਾਰ ਜੀ ਨਹੀਂ ਸਕਦੇ। ਤੁਸੀਂ ਹੁਣ ਉਸ ਦੇ ਕਰਜ਼ਦਾਰ ਹੋ, ਤੁਸੀਂ ਆਪਣੇ ਪ੍ਰਭੂ ਦੇ ਕਰਜ਼ਦਾਰ ਹੋ। ਪਰ ਉਹ ਇੰਨਾ ਭਲਾ ਪਰਮੇਸ਼ਵਰ ਆ, ਫਿਰ ਵੀ ਸਾਡੇ ਤੇ ਆਪਣੀ ਵੱਡੀ ਦਇਆ, ਵੱਡੀ ਕਿਰਪਾ ਨੂੰ ਕਰਦਾ ਹੈ। ਜਦੋਂ ਯੀਸ਼ੂ ਮਸੀਹ ਨੇ ਉਹਨਾਂ ਨੂੰ ਬਾਹਰ ਕੱਢਿਆ, ਬਹੁਤ ਲੋਕ ਯੀਸ਼ੂ ਮਸੀਹ ਦੇ ਵੱਲ ਦੇਖ ਕੇ ਕੁੜਨ ਲੱਗੇ ਕਿ ਇਹ ਯੀਸ਼ੂ ਮਸੀਹ ਚੰਗਾ ਕਰਦਾ, ਬਿਮਾਰਾਂ ਨੂੰ ਚੰਗਾ ਕਰਦਾ, ਅਧਰੰਗੀਆਂ ਨੂੰ ਚੰਗਾ ਕਰਦਾ। ਯੀਸ਼ੂ ਮਸੀਹ ਦਾ ਇਹ ਸੁਭਾਅ, ਹਾਲੇਲੂਇਆ। ਯੀਸ਼ੂ ਮਸੀਹ ਨੇ ਆਖਿਆ ਤੁਹਾਡਾ ਉਹ ਸੁਭਾਅ ਹੋਵੇ ਜੋ ਅੱਜ ਤੋਂ ਇੱਕ ਪਵਿੱਤਰ ਹਫ਼ਤੇ ਦੀ ਸ਼ੁਰੂਆਤ ਆ, 17 ਤਰੀਕ ਤੱਕ ਹੋ ਸਕੇ ਤੁਸੀਂ ਵੱਧ ਤੋਂ ਵੱਧ ਜ਼ਿਆਦਾ ਵਰਤ ਰੱਖੋ। ਪਰਮੇਸ਼ਵਰ ਦੇ ਨਾਲ ਆਪਣੇ ਰਿਸ਼ਤੇ ਨੂੰ ਕਾਇਮ ਕਰੋ, ਪਰਮੇਸ਼ਵਰ ਦੇ ਨਾਲ ਆਪਣੇ ਸੰਬੰਧ ਨੂੰ ਕਾਇਮ ਕਰੋ। ਜਿਸ ਤਰ੍ਹਾਂ ਮੈਂ ਕਈ ਵਾਰੀ ਆਪਣੇ ਸਟੂਡੀਓ ਦੇ ਵਿੱਚ ਕੁਝ ਰਿਕਾਰਡ ਕਰਦਾ ਤਾਂ ਮੈਂ ਬਾਅਦ ਦੇ ਵਿੱਚ ਦੇਖਦਾ ਉਹਨੂੰ ਰੀਟੇਕ ਲੈਣਾ ਪੈਂਦਾ। ਕਈ ਵਾਰ ਕੁਝ ਗਲਤ ਬੋਲਿਆ ਜਾਂਦਾ ਤਾਂ ਦੁਬਾਰੇ ਰੀਟੇਕ ਲੈਣਾ ਪੈਂਦਾ। ਇੱਕ ਦਿਨ ਮੈਂ ਕੀ ਹੋਇਆ, ਆਪਦੀ 2 ਸਾਲ ਪੁਰਾਣੀ ਰਿਕਾਰਡਿੰਗ ਨੂੰ ਕੀ ਆ ਸੁਣਨ ਲੱਗ ਗਿਆ। ਤੇ ਮੈਂ ਜਦੋਂ ਸੁਣਿਆ ਮੈਨੂੰ ਲੱਗਿਆ ਕਿ ਮੈਂ ਪਹਿਲਾਂ ਕਿੰਨੀਆਂ ਗਲਤੀਆਂ ਕਰਦਾ ਸੀ। ਮੈਨੂੰ ਆਪਣੇ ਆਪ ਨੂੰ ਬਹੁਤ ਸ਼ਰਮਿੰਦਗੀ ਹੋਈ ਵੀ ਮੈਂ ਹੁਣ ਇਸ ਲੈਵਲ ਤੇ ਹੌਲੀ ਹੌਲੀ ਅੱਗੇ ਪਹੁੰਚਿਆ ਵੀ ਪਹਿਲਾਂ ਮੈਂ ਕਿੰਨੀਆਂ ਗਲਤੀਆਂ ਕਰਦਾ ਸੀ। ਉਸੇ ਤਰ੍ਹਾਂ ਤੁਹਾਡਾ ਹਿਸਾਬ ਸਵਰਗ ਦੇ ਵਿੱਚ ਹੋਵੇਗਾ। ਜੋ ਤੁਸੀਂ ਗਲਤੀਆਂ ਕਰੋਗੇ ਤੁਹਾਨੂੰ ਸਵਰਗ ਦੇ ਵਿੱਚ ਤੁਹਾਡੀ ਸਾਰਿਆਂ ਦੇ ਸਾਹਮਣੇ ਇੱਕ ਵੀਡੀਓ ਚੱਲਦੀ ਹੋਵੇਗੀ। ਤੁਹਾਨੂੰ ਆਪਣੀ ਗਲਤੀਆਂ ਤੇ ਸ਼ਰਮਿੰਦਾ ਹੋਣਾ ਪਵੇਗਾ ਵੀ ਕਾਸ਼ ਕਿਤੇ ਇਹ ਮੈਂ ਗਲਤੀਆਂ, ਇਹ ਪਾਪ ਮੈਂ ਨਾ ਕਰਦਾ। ਹਾਲੇਲੂਇਆ। ਕਾਸ਼ ਮੈਂ ਇਹ ਗਲਤੀਆਂ, ਇਹ ਪਾਪ ਨਾ ਕਰਦਾ। ਹਮੇਸ਼ਾ ਪਰਮੇਸ਼ਵਰ ਦੇ ਨਾਲ ਜੁੜ ਕੇ ਰਹੀਏ। ਜੋ ਇਹ ਮੰਦਿਰ ਆ, ਪਰਮੇਸ਼ਵਰ ਦਾ ਮੰਦਿਰ ਆ, ਇਸ ਨੂੰ ਕਿਸੇ ਨਸ਼ੇ ਦੇ ਨਾਲ, ਕਿਸੇ ਬੀੜੀਆਂ ਦੇ ਨਾਲ, ਸ਼ਰਾਬ ਦੇ ਨਾਲ, ਕਿਸੇ ਵੀ ਪ੍ਰਕਾਰ ਦੇ ਨਸ਼ੇ ਦੇ ਨਾਲ, ਕਿਸੇ ਬੁਰੀ ਵਾਸਨਾ ਦੇ ਨਾਲ, ਬੁਰੇ ਵਿਚਾਰਾਂ ਦੇ ਨਾਲ ਇਸ ਨੂੰ ਗੰਦਾ ਨਾ ਕਰੀਏ। ਇਸ ਨੂੰ ਹਮੇਸ਼ਾ ਸਵਸਥ ਰੱਖੀਏ। ਬੋਲੀਏ ਹਾਲੇਲੂਇਆ। ਇਸ ਨੂੰ ਹਮੇਸ਼ਾ ਸਵਸਥ ਰੱਖੀਏ, ਕਿਉਂਕਿ ਜੋ ਆਤਮਿਕ ਲੋਕ ਹੁੰਦੇ ਨੇ ਉਹਨਾਂ ਦਾ ਇੱਕ ਨਿਸ਼ਾਨਾ ਹੁੰਦਾ ਕਿ ਅਸੀਂ ਪ੍ਰਭੂ ਦੀ ਆਮਦ ਦੇ ਲਈ ਤਿਆਰ ਹੋਣਾ। ਦੁਨੀਆ ਦੇ ਵਿੱਚ ਵੀ ਉਸ ਲੋਕਾਂ ਦੀ, ਉਹਨਾਂ ਲੋਕਾਂ ਦੀ ਇੱਕ ਗਵਾਹੀ ਹੁੰਦੀ ਆ, ਇੱਕ ਪਹਿਚਾਣ ਹੁੰਦੀ ਆ ਕਿ ਇਹ ਲੋਕ ਜਦੋਂ ਪਤਰਸ ਤੇ ਯੋਹੰਨਾ ਇੱਕ ਜਗ੍ਹਾ ਤੇ ਜਾ ਰਹੇ ਹੁੰਦੇ ਨੇ, ਉੱਥੇ ਇੱਕ ਵਿਅਕਤੀ ਬੈਠਾ ਹੁੰਦਾ, ਬਿਮਾਰ ਹੁੰਦਾ, ਉਹਨਾਂ ਤੋਂ ਕੁਝ ਮੰਗਦਾ ਭਿਖਾਰੀ ਹੁੰਦਾ। ਉਹ ਕਹਿੰਦਾ ਕਿ ਸਾਡੇ ਕੋਲ ਸੋਨਾ ਚਾਂਦੀ ਤਾਂ ਹੈ ਨਹੀਂ, ਸਾਡੇ ਕੋਲ ਪੈਸੇ ਤਾਂ ਹੈ ਨਹੀਂ, ਪਰ ਅਸੀਂ ਤੈਨੂੰ ਉਹ ਦਿੰਨੇ ਆ ਜੋ ਸਾਨੂੰ ਸਾਡੇ ਪ੍ਰਭੂ ਨੇ ਦਿੱਤਾ। ਉਹ ਕਹਿੰਦੇ ਕਿ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਉੱਠ ਤੇ ਚੱਲ ਫਿਰ। ਉਸੇ ਸਮੇਂ ਉੱਠਦਾ, ਚੱਲਣ ਫਿਰਨ ਲੱਗ ਜਾਂਦਾ। ਕੁਝ ਲੋਕ ਉਹਨਾਂ ਦੇ ਵੱਲ ਦੇਖਦੇ ਨੇ, ਉਹਨਾਂ ਨੂੰ ਕੀ ਕਹਿੰਦੇ ਨੇ ਕਿ ਇਹ ਉਹੀ ਲੋਕ ਨੇ ਜੋ ਯੀਸ਼ੂ ਮਸੀਹ ਦੇ ਨਾਲ ਰਹੇ ਸੀ। ਹਾਲੇਲੂਇਆ। ਅੱਜ ਤੁਹਾਨੂੰ ਵੀ ਲੋਕ ਉਸੇ ਤਰ੍ਹਾਂ ਕਹਿਣ ਕਿ ਇਹ ਲੋਕ ਯੀਸ਼ੂ ਮਸੀਹ ਦੇ ਨਾਲ ਨੇ। ਹਾਲੇਲੂਇਆ। ਕਿਉਂਕਿ ਅੱਜ ਪਾਮ ਸੰਡੇ, ਇੱਕ ਖਜੂਰੀ ਐਤਵਾਰ ਆ। ਲੋਕ ਕੀ ਕਹਿੰਦੇ ਜਾਂਦੇ ਨੇ, ਹੋ ਸੰਨਾ, ਹੋ ਸੰਨਾ, ਹੋ ਸੰਨਾ। ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਦੇ ਉੱਤੇ ਆਉਂਦਾ ਹੈ। ਯੀਸ਼ੂ ਮਸੀਹ ਦੇ ਪੈਰਾਂ ਦੇ ਵਿੱਚ ਆਪਦੀਆਂ ਡਾਲੀਆਂ ਨੂੰ ਕੱਟ ਕੇ ਦਰਖਤ ਰੱਖ ਦਿੰਦੇ ਨੇ, ਆਪਣੇ ਕੱਪੜੇ ਲਾ ਕੇ ਯੀਸ਼ੂ ਮਸੀਹ ਦੇ ਕਦਮਾਂ ਦੇ ਵਿੱਚ ਰੱਖ ਦਿੰਦੇ ਨੇ, ਯੀਸ਼ੂ ਮਸੀਹ ਦਾ ਆਦਰ ਕਰਦੇ ਨੇ। ਮੈਂ ਅੱਜ ਤੁਹਾਨੂੰ 5 ਫੈਕਟ ਦੱਸਣਾ ਚਾਹੁੰਦਾ। ਪਾਮ ਸੰਡੇ ਦੇ ਉੱਤੇ ਡਾਲੀਆਂ ਲਹਿਰਾਉਣ ਦਾ ਮਤਲਬ ਕੀ ਆ? ਡਾਲੀਆਂ ਲਹਿਰਾਉਣ ਦਾ ਮਤਲਬ ਕੀ ਆ? ਡਾਲੀ ਇੱਕ ਜਿੱਤ ਦਾ ਪ੍ਰਤੀਕ ਆ। ਹਾਲੇਲੂਇਆ। ਡਾਲੀ ਇੱਕ ਕੀ ਆ? ਜਿੱਤ ਦਾ ਪ੍ਰਤੀਕ ਆ। ਜਦੋਂ ਆਪਾਂ ਡਾਲੀਆਂ ਲੋਕ ਲਹਿਰਾਉਂਦੇ ਸੀ, ਉਹਨਾਂ ਨੂੰ ਪਤਾ ਸੀ ਕਿ ਸਾਡਾ ਯੀਸ਼ੂ ਰਾਜਾ ਹੈ, ਉਹ ਜਿੱਤ ਗਿਆ ਹੈ, ਇਸ ਲਈ ਉਹ ਡਾਲੀਆਂ ਲਹਿਰਾਉਂਦੇ ਸੀ। ਦੂਸਰੀ ਗੱਲ, ਯੀਸ਼ੂ ਮਸੀਹ ਗਧੇ ਦੇ ਬੱਚੇ ਦੇ ਉੱਤੇ ਕਿਉਂ ਸਵਾਰ ਸੀ? ਕਿਉਂਕਿ ਗਧਾ ਇੱਕ ਸ਼ਾਂਤੀ ਨੂੰ ਦਰਸਾਉਂਦਾ ਹੈ। ਗਧਾ ਇੱਕ ਸ਼ਾਂਤੀ ਨੂੰ ਦਰਸਾਉਂਦਾ ਹੈ, ਇੱਕ ਸ਼ਾਂਤ ਸੁਭਾਅ ਨੂੰ ਦਰਸਾਉਂਦਾ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਮਸੀਹ ਵੀ ਸਾਡੇ ਲਈ ਕਰੂਸ ਦੇ ਉੱਤੇ ਕੁਰਬਾਨ ਹੋ ਗਿਆ ਅਤੇ ਉਸਨੇ ਉਹੀ ਸ਼ਾਂਤੀ ਸਾਨੂੰ ਦਿਖਾਈ।
ਸਾਨੂੰ ਸ਼ਾਂਤੀ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਪਰਮੇਸ਼ਵਰ ਦੀ ਆਰਾਧਨਾ ਕਰਨ ਦੇ ਲਈ ਪਰਮੇਸ਼ਵਰ ਨੇ ਆਪਣੇ ਕੋਲ ਬਚਾਇਆ ਹੈ। ਲੋਕ ਕੀ ਕਹਿੰਦੇ ਸੀ? ਹੋਸੰਨਾ, ਹੋਸੰਨਾ। ਹੋਸੰਨਾ ਦਾ ਮਤਲਬ ਕੀ ਆ? ਹੁਣ ਬਚਾਊ, ਹੁਣ ਬਚਾਊ, ਹੁਣ ਬਚਾਊ। ਉਹ ਲੋਕ ਕੀ ਸੀ? ਬਹੁਤ ਨਿਰਾਸ਼ ਸੀ, ਬਹੁਤ ਪਰੇਸ਼ਾਨੀ ਦੇ ਵਿੱਚ ਸੀ। ਉਹਨਾਂ ਨੂੰ ਇੱਕ ਉਮੀਦ ਸੀ, ਉਹਨਾਂ ਨੂੰ ਇੱਕ ਆਸ਼ਾ ਸੀ ਕਿ ਜਿਹੜਾ ਆਉਣ ਵਾਲਾ ਰਾਜਾ ਹੈ, ਜੋ ਯੀਸ਼ੂ ਮਸੀਹ ਹੈ, ਹੁਣ ਸਾਨੂੰ ਬਚਾਊਗਾ। ਹੁਣ ਸਾਡੇ ਤੇ ਕੋਈ ਆਸ਼ਾ ਕਿ ਸਾਨੂੰ ਕੋਈ ਨਿਰਾਸ਼ਾ ਨਹੀਂ ਹੈ ਕਿ ਸਾਡਾ ਰਾਜਾ ਆ ਗਿਆ। ਪਰ ਉਹ ਨਹੀਂ ਜਾਣਦੇ ਸੀ, ਉਹ ਸੋਚਦੇ ਸੀ ਕਿ ਯੀਸ਼ੂ ਮਸੀਹ ਇੱਥੇ ਰਾਜਾ ਬਣੂਗਾ, ਇਸ ਸ਼ਹਿਰ ਦੇ ਵਿੱਚ, ਇਸ ਜ਼ਿਲ੍ਹੇ ਦੇ ਵਿੱਚ ਰਾਜਾ ਬਣੂਗਾ ਤੇ ਸਾਡੇ ਸਾਰੇ ਦੁੱਖਾਂ ਨੂੰ, ਸਾਡੇ ਸਾਰੇ ਪਾਪਾਂ ਨੂੰ ਮਾਫ ਕਰ ਦਊਗਾ। ਪਰ ਉਹ ਨਹੀਂ ਜਾਣਦੇ ਸੀ ਕਿ ਯੀਸ਼ੂ ਮਸੀਹ ਉਹਨਾਂ ਨੂੰ ਸਦਾ ਦੀ ਮੁਕਤੀ ਦੇਣ ਦੇ ਲਈ ਆਇਆ ਹੈ। ਹਾਲੇਲੂਇਆ। ਉਹ ਨਹੀਂ ਜਾਣਦੇ ਸੀ ਕਿ ਯੀਸ਼ੂ ਮਸੀਹ ਉਹਨਾਂ ਨੂੰ ਸਦਾ ਦੀ ਮੁਕਤੀ ਦੇਣ ਦੇ ਲਈ ਆਇਆ ਹੈ। ਉਹ ਸੋਚਦੇ ਸੀ ਅਸੀਂ ਥੋੜੇ ਸਮੇਂ ਦੇ ਲਈ ਸੋਚਦੇ ਸੀ ਕਿ ਹੁਣ ਸਾਡਾ ਰਾਜਾ ਆ ਗਿਆ, ਸਾਡੇ ਦੁੱਖਾਂ ਤੋਂ ਸਾਨੂੰ ਆਜ਼ਾਦ ਕਰੂਗਾ, ਸਾਡੀਆਂ ਬਿਮਾਰੀਆਂ ਨੂੰ ਖਤਮ ਕਰੂਗਾ, ਜੋ ਸਾਡੇ ਤੇ ਪਰੇਸ਼ਾਨੀਆਂ, ਸਾਡੇ ਤੇ ਗਰੀਬੀ ਆ, ਉਹਨੂੰ ਕੀ ਆ? ਖਤਮ ਕਰੂਗਾ। ਪਰ ਉਹ ਇੱਕ ਐਸੇ ਰਾਜੇ ਦਾ ਇੰਤਜ਼ਾਰ ਕਰ ਰਹੇ ਸੀ, ਸਵਾਗਤ ਕਰ ਰਹੇ ਸੀ, ਜਿਨ੍ਹਾਂ ਨੇ ਉਹਨਾਂ ਦੀ ਜ਼ਿੰਦਗੀ ਨੂੰ ਹਮੇਸ਼ਾ ਦੀ ਮੁਕਤੀ ਦੇ ਲਈ ਤਿਆਰ ਕੀਤਾ। ਹਾਲੇਲੂਇਆ। ਜਦੋਂ ਯੀਸ਼ੂ ਮਸੀਹ ਉਸ ਗਧੇ ਦੇ ਬੱਚੇ ਦੇ ਉੱਤੇ ਜਾ ਰਹੇ ਸੀ, ਯੀਸ਼ੂ ਮਸੀਹ ਨੇ ਆਪਣੇ ਅੰਦਰ ਮਹਿਸੂਸ ਕੀਤਾ ਕਿ ਇਹਨਾਂ ਲੋਕਾਂ ਨੂੰ ਮੁਕਤੀ ਦਾਤੇ ਦੀ ਕਿੰਨੀ ਜ਼ਰੂਰਤ ਹੈ। ਇਹ ਕਿਸ ਰੀਤੀ ਦੇ ਨਾਲ ਮੇਰਾ ਧੰਨਵਾਦ ਕਰ ਰਹੇ ਨੇ। ਹੋਸਨਾ, ਹੋਸਨਾ, ਮੁਬਾਰਕ ਹੈ ਪ੍ਰਭੂ, ਜਿਹੜਾ ਗਧੇ ਦੇ ਬੱਚੇ ਦੇ ਉੱਤੇ ਉਹਦਾ ਨਾਰੇ ਲਗਾ ਰਹੇ ਨੇ। ਯੀਸ਼ੂ ਮਸੀਹ ਨੇ ਆਪਣੇ ਅੰਦਰ ਮਹਿਸੂਸ ਕੀਤਾ ਕਿ ਇਹਨਾਂ ਲੋਕਾਂ ਨੂੰ ਕਿੰਨੀ ਜ਼ਿਆਦਾ ਮੁਕਤੀ ਦਾਤੇ ਦੀ ਲੋੜ ਹੈ। ਹਾਲੇਲੂਇਆ। ਸੱਚਮੁੱਚ ਜੋ ਮਸੀਹ ਦਾ ਰਾਜ ਆ, ਯੀਸ਼ੂ ਮਸੀਹ ਦਾ ਰਾਜ ਆ, ਉਹ ਕਿਸੇ ਮਨੁੱਖ ਦੇ ਦਿਮਾਗ ਤੋਂ ਕਿਤੇ ਵੱਧ ਕੇ ਹੈ। ਮਨੁੱਖ ਦੇ ਦਿਮਾਗ ਤੋਂ ਕਿਤੇ ਵੱਧ ਕੇ ਇਨਸਾਨ ਸੋਚਦਾ ਹੈ ਕਿ ਅਸੀਂ ਘਰ ਬਣਾਵਾਂਗੇ, ਅਸੀਂ ਗੱਡੀ ਲਵਾਂਗੇ, ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ। ਪਰ ਯੀਸ਼ੂ ਮਸੀਹ ਦਾ ਮਕਸਦ ਹੋਰ ਸੀ। ਜਿਸ ਤਰ੍ਹਾਂ ਆਪਾਂ ਜਾਣਦੇ ਹਾਂ, ਜਦੋਂ ਆਪਾਂ ਉਤਪਤ ਦੇ ਵਿੱਚ ਜਾਂਦੇ ਹਾਂ, ਪਰਮੇਸ਼ਵਰ ਨੇ ਇਨਸਾਨ ਦੀ ਕੀ ਕੀਤੀ? ਰਚਨਾ ਕੀਤੀ। ਇਨਸਾਨ ਦੀ ਰਚਨਾ ਕੀਤੀ। ਸਭ ਕੁਝ ਉਹਦੇ ਹੱਥ ਦੇ ਵਿੱਚ ਸੀ। ਜੋ ਕੁਝ ਕਹਿੰਦਾ ਸੀ ਹੋ ਜਾਂਦਾ ਸੀ। ਸਭ ਕੁਝ ਇਨਸਾਨ ਦੇ ਹੱਥ ਦੇ ਵਿੱਚ ਸੀ। ਜੋ ਵੀ ਕੁਝ ਉਹ ਸੋਚਦਾ ਸੀ ਉਹਨੂੰ ਆਟੋਮੈਟਿਕਲੀ ਮਿਲ ਜਾਂਦਾ ਸੀ। ਉਹਨੂੰ ਕੋਈ ਖਾਣਾ ਮੰਗਣ ਦੀ ਲੋੜ ਨਹੀਂ ਸੀ, ਖਾਣਾ ਉਹਨੂੰ ਮਿਲ ਜਾਂਦਾ ਸੀ। ਉਹਨੂੰ ਕੋਈ ਸੋਚਣ ਦੀ ਲੋੜ ਨਹੀਂ ਸੀ, ਉਹਦੀਆਂ ਸੋਚਾਂ ਤੋਂ ਵੱਧ ਕੇ ਉਹਨੂੰ ਮਿਲ ਜਾਂਦਾ ਸੀ। ਪਰ ਉਸਨੇ ਥੋੜੀ ਜਿਹੀ ਗਲਤੀ ਦੇ ਕਾਰਨ ਪਰਮੇਸ਼ਵਰ ਤੋਂ ਆਪਣੀ ਨੇੜਤਾ ਕੀ ਆ? ਘਟਾ ਲਈ। ਆਪਦੇ ਆਪ ਨੂੰ ਪਰਮੇਸ਼ਵਰ ਨੇ ਆਪਣੇ ਆਪ ਨੂੰ ਇੱਕ ਸੰਦੂਕ ਦੇ ਵਿੱਚ ਬੰਦ ਕੀਤਾ। ਉਸ ਤੋਂ ਬਾਅਦ ਪਰਮੇਸ਼ਵਰ ਦਾ ਤੰਬੂ ਲੱਗਦਾ ਸੀ, ਇੱਕ ਲੋਕਾਂ ਦਾ ਸਥਾਨ ਹੁੰਦਾ ਸੀ, ਇੱਕ ਯਾਜਕਾਂ ਦਾ, ਇੱਕ ਮਹਾਯਾਜਕਾਂ ਦਾ ਸਥਾਨ ਹੁੰਦਾ। ਉਹਦੇ ਦਿਵਾਲੇ ਕੀ ਆ? ਉਹਦੇ ਮੂਹਰੇ ਪਰਦਾ ਲੱਗਿਆ ਹੁੰਦਾ ਸੀ। ਸਾਲ ਦੇ ਵਿੱਚ ਸਿਰਫ ਇੱਕ ਵਿਅਕਤੀ, ਇੱਕ ਮਹਾਯਾਜਕ ਉਸ ਦੇ ਅੰਦਰ ਜਾਂਦਾ ਸੀ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ। ਉਹ ਵੀ ਉਹਦਾ ਲੱਕ ਰੱਸੇ ਨਾਲ ਬੰਨਿਆ ਹੁੰਦਾ ਸੀ। ਜੇ ਉਹ ਪਰਮੇਸ਼ਵਰ ਦੇ ਸਾਹਮਣੇ ਖੜਨ ਯੋਗ ਨਾ ਹੁੰਦਾ ਸੀ, ਉਹ ਜਿੰਨਾ ਸਿਰ ਪਰਮੇਸ਼ਵਰ ਦੀ ਆਰਾਧਨਾ ਕਰਦਾ ਸੀ, ਘੁੰਗਰੂ ਹਿਲਦੇ ਰਹਿੰਦੇ ਸੀ। ਜੇ ਹਿਲਣੋਂ ਬੰਦ ਹੋ ਜਾਂਦੀ ਸੀ ਤਾਂ ਰੱਸੇ ਦੇ ਨਾਲ ਉਸ ਨੂੰ ਬਾਹਰ ਕੱਢ ਲਿਆ ਜਾਂਦਾ ਸੀ। ਉਸ ਦੇ ਲਈ ਇੱਕ ਬਹੁਤ ਹੀ ਵਧੀਆ, ਬਹੁਤ ਹੀ ਬੱਜ ਤੋਂ ਰਹਿਤ ਇੱਕ ਲੀਲਾ ਰੱਖਿਆ ਜਾਂਦਾ ਸੀ ਕਿ ਉਹਨੂੰ ਸਾਲ ਦੇ ਸਾਲ ਅਸੀਂ ਬਲੀਦਾਨ ਦੇਵਾਂਗੇ ਤਾਂ ਪਰਮੇਸ਼ਵਰ ਸਾਡੇ ਤੋਂ ਕੀ ਆ? ਖੁਸ਼ ਹੋਵੇਗਾ। ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਚਾਹਣਾ, ਯੀਸ਼ੂ ਮਸੀਹ ਨੇ ਸਲੀਬ ਦੇ ਉੱਤੇ ਜਾਣ ਕਿਉਂ ਦਿੱਤੀ? ਮੈਨੂੰ ਇੱਕ ਪਤੀ ਤੇ ਪਤਨੀ ਚਾਹੀਦੇ ਆ। ਸਪਨਾ ਜੀ ਖੜੇ ਹੋ ਜਾਓ। ਸੂਰਜ ਇਸ ਜਗ੍ਹਾ ਤੇ ਬੈਠ ਜਾਓ, ਇਸ ਜਗ੍ਹਾ ਤੇ ਬਾਈਬਲ ਪਿੱਛੇ ਕਰ ਲਓ। ਤੁਸੀਂ ਉੱਧਰ ਬੈਠ ਜਾਓ, ਤੁਸੀਂ ਉੱਧਰ ਬੈਠ ਜਾਓ, ਉਰੇ ਬੈਠ ਜਾਓ। ਤੁਸੀਂ ਦੇਖੋ, ਇਹ ਪਰਮੇਸ਼ਵਰ ਨੇ ਨਾਟਕ ਦੇ ਵਿੱਚ ਮਹਿਸੂਸ ਕਰੀਏ, ਕੈਮਰਾ ਇੱਧਰ ਨੂੰ ਕਰ ਦਈਏ, ਮਹਿਸੂਸ ਕਰੀਏ ਕਿ ਇਹ ਪਰਮੇਸ਼ਵਰ ਨੇ ਆਪਣੇ ਸਿੰਘਾਸਨ ਦੇ ਉੱਤੇ, ਆਪਣੇ ਸਥਾਨ ਦੇ ਉੱਤੇ ਬੈਠੇ ਨੇ। ਆਪਣੇ ਸਥਾਨ ਦੇ ਉੱਤੇ ਬੈਠੇ ਨੇ। ਇੱਕ ਮੈਨੂੰ ਪਰਸਨ ਹੋਰ ਚਾਹੀਦਾ, ਆ ਜਾਈਏ। ਕਿਸੇ ਦੇ ਕੋਲ ਏਟੀਐਮ ਹੈ? ਏਟੀਐਮ ਇੱਥੇ ਖੜ ਜਾਈਏ, ਉਰੇ ਖੜ ਜਾਈਏ। ਆਪਾਂ ਨੂੰ ਪਤਾ ਇਹ ਏਟੀਐਮ ਆ, ਇਹਦੇ ਵਿੱਚ ਕੀ ਹੁੰਦਾਗਾ? ਕੈਸ਼ ਹੁੰਦਾ, ਇਹਦੇ ਵਿੱਚ ਬੈਲੈਂਸ ਹੁੰਦਾ।
ਪਰਮੇਸ਼ਵਰ ਦੇ ਕੋਲ ਇੱਕ ਕੁੰਜੀ ਹੈ, ਮਤਲਬ ਇੱਕ ਏਟੀਐਮ ਹੈ ਨਾਟਕ ਦੇ ਵਿੱਚ। ਇਹ ਯਿਸੂ ਮਸੀਹ ਨੇ, ਉਹ ਪਰਮੇਸ਼ਵਰ ਨੇ। ਜਦੋਂ ਯਿਸੂ ਮਸੀਹ ਨੇ ਸਲੀਬ ਦੇ ਉੱਤੇ ਆਪਣੀ ਜਾਨ ਦਿੱਤੀ, ਪਹਿਲਾਂ ਪਰਮੇਸ਼ਵਰ ਕੀ ਆ, ਇਨਸਾਨ ਪਰਮੇਸ਼ਰ ਨੂੰ ਜਾਣ ਨਹੀਂ ਸਕਦਾ ਸੀ। ਇਨਸਾਨ ਪਰਮੇਸ਼ਰ ਨੂੰ ਜਾਣ ਨਹੀਂ ਸਕਦਾ ਸੀ, ਕਿਉਂਕਿ ਪਰਮੇਸ਼ਵਰ ਅਤ ਪਵਿੱਤਰ ਸਥਾਨ ਦੇ ਵਿੱਚ ਰਹਿੰਦੇ ਸੀ। ਉਹਦੇ ਮੂਹਰੇ ਕੀ ਆ, ਪਰਦਾ ਲੱਗਿਆ ਹੁੰਦਾ ਸੀ। ਪਰ ਕੀ ਹੋਇਆ, ਜਦੋਂ ਯਿਸੂ ਮਸੀਹ ਨੇ ਆਪਣੀ ਸਲੀਬ ਉੱਤੇ ਜਾਨ ਦਿੱਤੀ ਤਾਂ ਉਹ ਪਰਦਾ ਕੀ ਆ, ਨੀਚੋਂ ਫਟਿਆ ਜਾਂ ਉੱਪਰੋਂ ਫਟਿਆ? ਉੱਪਰੋਂ ਫਟਿਆ। ਇਹਦਾ ਮਤਲਬ ਕੀ ਆ, ਉੱਪਰੋਂ ਫਟਣ ਦਾ ਮਤਲਬ ਕੀ ਆ ਕਿ ਪਰਮੇਸ਼ਵਰ ਨੇ ਖੁਦ ਇਨਸਾਨ ਦੇ ਨਾਲ ਮੁਲਾਕਾਤ ਕੀਤੀ। ਪਰਮੇਸ਼ਵਰ ਨੇ ਖੁਦ ਗਿਆਨ ਇਨਸਾਨ ਦੇ ਨਾਲ ਪਿਆਰ ਕੀਤਾ। ਹੁਣ ਇਹ ਪਰਮੇਸ਼ਵਰ ਨੇ, ਇਹਨਾਂ ਦੇ ਕੋਲ ਇੱਕ ਅਧਿਕਾਰ ਆ, ਇਹਨਾਂ ਦੇ ਕੋਲ ਇੱਕ ਹੱਕ ਆ। ਆਪਣੀ ਜਗ੍ਹਾ ਤੋਂ ਉੱਠ ਜਾਈਏ, ਉੱਥੇ ਬੈਠ ਜਾਈਏ, ਤੁਸੀਂ ਉੱਥੇ ਬੈਠ ਜਾਓ। ਇਹਨਾਂ ਨੇ ਆਪਣਾ ਸਾਰਾ ਅਧਿਕਾਰ ਕਿਹਨੂੰ ਦੇਤਾ? ਯਿਸੂ ਮਸੀਹ ਨੂੰ। ਪਰਮੇਸ਼ਵਰ ਨੇ ਜਿਹੜਾ ਇਹਨਾਂ ਦੇ ਕੋਲ ਅਧਿਕਾਰ ਸੀ ਉਹ ਯਿਸੂ ਮਸੀਹ ਨੂੰ ਕੀ ਆ, ਦੇ ਦਿੱਤਾ। ਹੁਣ ਪਰਮੇਸ਼ਵਰ ਦੀ ਜਗ੍ਹਾ ਤੇ ਕੌਣ ਬੈਠੇ ਆ? ਯਿਸੂ ਮਸੀਹ। ਹੁਣ ਇਹ ਸਵਰਗ ਦੇ ਵਿੱਚ ਬੈਠੇ ਨੇ, ਇਹਨਾਂ ਦੇ ਕੋਲ ਏਟੀਐਮ ਆ। ਇਹ ਸਵਰਗ ਦੇ ਵਿੱਚ ਤਾਂ ਚੱਲਦਾ ਨਹੀਂ ਹੈਗਾ, ਇਹ ਸਵਰਗ ਦੇ ਵਿੱਚ ਤਾਂ ਚੱਲਦਾ ਨਹੀਂ ਹੈਗਾ। ਇਹ ਕਿੱਥੇ ਚੱਲਦਾ? ਧਰਤੀ ਦੇ ਉੱਤੇ ਚੱਲਦਾ। ਇਹਨਾਂ ਨੇ ਕੀ ਕੀਤਾ? ਯਿਸੂ ਮਸੀਹ ਨੇ ਕੀ ਆਖਿਆ? ਜਦੋਂ ਆਪਣੀ ਜਾਨ ਸਲੀਬ ਦੇ ਉੱਤੇ ਦਿੱਤੀ, ਸਾਡੇ ਪਾਪਾਂ ਨੂੰ ਮਾਫ ਕੀਤਾ, ਤਾਂ ਉਹਦੀ ਕਲੀਸਿਆ ਨੂੰ ਕੀ ਆ, ਇਹ ਹੱਕ ਦਿੱਤਾ। ਇਹ ਕੌਣ ਆ? ਕਲੀਸਿਆ। ਯਿਸੂ ਮਸੀਹ ਦੀ ਦੁਲਹਨ। ਆਪਣੀ ਜਗ੍ਹਾ ਤੋਂ ਖੜੇ ਹੋਈਏ, ਇੱਧਰ ਆ ਜਾਈਏ। ਤੁਸੀਂ ਇੱਥੇ ਬੈਠ ਜਾਓ, ਇੱਧਰ ਇੱਧਰ ਆਓ, ਤੁਸੀਂ ਇੱਥੇ ਬੈਠ ਜਾਓ। ਆ ਫੜੋ। ਯਿਸੂ ਮਸੀਹ ਨੇ, ਜੋ ਯਿਸੂ ਮਸੀਹ ਦੇ ਕੋਲ ਅਧਿਕਾਰ ਸੀ, ਉਹ ਸਵਰਗ ਦੇ ਵਿੱਚ ਤਾਂ ਚੱਲਣਾ ਨਹੀਂ ਸੀ। ਯਿਸੂ ਮਸੀਹ ਨੇ ਕਿਸ ਨੂੰ ਦਿੱਤਾ? ਆਪਣੇ ਲੋਕਾਂ ਨੂੰ, ਆਪਣੀ ਕਲੀਸਿਆ ਨੂੰ। ਹਾਲੇਲੂਇਆ। ਕਿਹਨੂੰ ਦਿੱਤਾ? ਆਪਣੀ ਦੁਲਹਨ ਨੂੰ। ਯਿਸੂ ਮਸੀਹ ਦੇ ਕੋਲ ਜੋ ਪਰਮੇਸ਼ਵਰ ਦੇ ਕੋਲ ਅਧਿਕਾਰ ਸੀ, ਪਰਮੇਸ਼ਵਰ ਨੇ ਯਿਸੂ ਮਸੀਹ ਨੂੰ ਦਿੱਤਾ। ਜੋ ਯਿਸੂ ਮਸੀਹ ਦੇ ਕੋਲ ਅਧਿਕਾਰ ਸੀ, ਉਹਨਾਂ ਨੇ ਸਲੀਬ ਦੇ ਉੱਤੇ ਆਪਣੀ ਜਾਨ ਦੇ ਕੇ ਆਪਣੀ ਕਲੀਸਿਆ ਨੂੰ ਕੀ ਆ, ਦੇ ਦਿੱਤਾ। ਇਹਨਾਂ ਦੀ ਜਗ੍ਹਾ ਤੇ ਜਿੱਥੇ ਪਰਮੇਸ਼ਵਰ ਬੈਠਾ ਸੀ, ਹੁਣ ਕੌਣ ਬੈਠਾ? ਇਨਸਾਨ ਬੈਠਾ। ਇਹਨਾਂ ਦੇ ਕੋਲ ਇੱਕ ਏਟੀਐਮ ਆ, ਬੈਠੇ ਰਹੀਏ। ਇਹਨਾਂ ਦੇ ਕੋਲ ਇੱਕ ਏਟੀਐਮ ਆ। ਆਪਾਂ ਨੂੰ ਪਤਾ ਇਹਦੇ ਵਿੱਚੋਂ ਪੈਸੇ ਨਿਕਲਦੇ ਨੇ, ਜੋ ਬਰਕਤਾਂ ਨਿਕਲਦੀਆਂ ਨੇ। ਜਿੰਨਾ ਸਮਾਂ ਇਹਨਾਂ ਨੂੰ ਇਹਦਾ ਪਿੰਨ ਨਹੀਂ ਪਤਾ ਹੋਵੇਗਾ, ਇਹਦੇ ਵਿੱਚੋਂ ਪੈਸੇ ਨਹੀਂ ਕਢਾ ਸਕਦੇ। ਤੁਹਾਨੂੰ ਪਰਮੇਸ਼ਵਰ ਨੇ, ਬੈਠ ਜਾਈਏ ਆਪਣੀ ਜਗ੍ਹਾ ਤੇ। ਦੇਖੋ, ਪਰਮੇਸ਼ਵਰ ਨੇ ਇੱਕ ਇਨਸਾਨ ਨੂੰ ਕਿਸ ਸਥਾਨ ਦੇ ਉੱਤੇ ਬਿਠਾਇਆ ਹੈ, ਜਿੱਥੇ ਉਹ ਖੁਦ ਬੈਠੇ ਸੀ। ਹਾਲੇਲੂਇਆ। ਇਹਨਾਂ ਨੂੰ ਸਾਰੀਆਂ ਪਾਵਰਸ ਦੇ ਦਿੱਤੀਆਂ, ਇਹਨਾਂ ਨੂੰ ਏਟੀਐਮ ਦੇਤਾ ਵੀ ਇਹ ਪੈਸੇ ਕਢਵਾ ਸਕਦੇ ਨੇ। ਪਰ ਜਿੰਨਾ ਸਮਾਂ ਇਹਨਾਂ ਨੂੰ ਇਹਦਾ ਏਟੀਐਮ ਦਾ ਪਿੰਨ ਨਹੀਂ ਪਤਾ ਹੋਵੇਗਾ, ਏਟੀਐਮ ਦੇ ਵਿੱਚੋਂ ਪੈਸੇ ਨਹੀਂ ਕਢਵਾ ਸਕਦੇ। ਹਾਲੇਲੂਇਆ। ਉਸੇ ਤਰ੍ਹਾਂ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ, ਬੈਠ ਜਾਈਏ। ਉਸੇ ਤਰ੍ਹਾਂ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ, ਯਿਸੂ ਮਸੀਹ ਨੇ ਸਾਨੂੰ ਸਾਰੀਆਂ ਬਰਕਤਾਂ ਦੇਤੀਆਂ, ਸਾਨੂੰ ਸਾਰਾ ਅਧਿਕਾਰ ਦੇਤਾ, ਪਰ ਸਾਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਉਸ ਅਧਿਕਾਰ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ। ਯਿਸੂ ਮਸੀਹ ਨੇ ਸਾਨੂੰ ਅਧਿਕਾਰ ਦਿੱਤਾ, ਕੈਮਰਾ ਸਿੱਧਾ ਕਰ ਦਈਏ। ਯਿਸੂ ਮਸੀਹ ਨੇ ਸਾਨੂੰ ਅਧਿਕਾਰ ਦਿੱਤਾ, ਪਰ ਸਾਨੂੰ ਨਹੀਂ ਪਤਾ ਕਿ ਉਸ ਅਧਿਕਾਰ ਦਾ ਅਸੀਂ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ। ਹਾਲੇਲੂਇਆ। ਉਹੀ ਸਿੱਖਣਾ ਹੈ ਕਿ ਅਸੀਂ ਯਿਸੂ ਮਸੀਹ ਦੇ ਲਈ ਕਿਸ ਰੀਤੀ ਦੇ ਨਾਲ ਤਿਆਰ ਹੋ ਸਕਦੇ ਹਾਂ। ਅੱਜ ਪਾਮ ਸੰਡੇ ਦੇ ਉੱਤੇ ਇਹੀ ਸਾਡਾ ਸੰਦੇਸ਼ ਆ, ਸਾਰੀ ਸੰਗਤ ਦੇ ਲਈ, ਸਾਰੀ ਕਲੀਸਿਆ ਦੇ ਲਈ, ਕਿ ਤੁਸੀਂ ਆਪਦੇ ਆਪ ਨੂੰ ਪ੍ਰਭੂ ਦੇ ਲਈ ਤਿਆਰ ਕਰੋ। ਹਾਲੇਲੂਇਆ। ਲੋਕ ਕੀ ਨਾਰੇ ਲਗਾਉਂਦੇ ਸੀ, ਹੋਸੰਨਾ ਹੋਸੰਨਾ, ਵੀ ਹੁਣ ਜਿਹੜਾ ਮਸੀਹਾ ਆ ਰਿਹਾ, ਹੁਣ ਜਿਹਦਾ ਰਾਜ ਆ, ਇਹ ਸਾਨੂੰ ਬਚਾਊਗਾ, ਸਾਡੇ ਦੁੱਖਾਂ ਤੋਂ ਸਾਡੀ ਰੱਖਿਆ ਕਰੂਗਾ। ਪਰ ਉਹ ਨਹੀਂ ਜਾਣਦੇ ਸੀ ਕਿ ਯਿਸੂ ਮਸੀਹ ਦਾ ਰਾਜ ਇਸ ਦੁਨੀਆ ਦਾ ਨਹੀਂ ਆ। ਉਹ ਰਾਜ ਉੱਥੇ ਰਾਜ ਕਰਦਾ ਜਿੱਥੇ ਜਿਹਨੂੰ ਕੋਈ ਜਾਣਦਾ ਵੀ ਨਹੀਂ ਆ। ਸੱਚਮੁੱਚ ਯਿਸੂ ਮਸੀਹ ਸਾਡੇ ਦਿਲਾਂ ਦੇ ਵਿੱਚ ਰਾਜ ਕਰਦੇ ਨੇ। ਜੇ ਆਪਾਂ ਆਪਣੇ ਦਿਲ ਦੇ ਵਿੱਚ ਬੁਰੀਆਂ ਸੰਗਤਾਂ ਰੱਖਾਂਗੇ, ਬੁਰੇ ਵਿਚਾਰ ਰੱਖਾਂਗੇ, ਗਲਤ ਥਿੰਗਸ ਰੱਖਾਂਗੇ, ਤਾਂ ਯਿਸੂ ਮਸੀਹ ਸਾਨੂੰ ਪਿਆਰ ਕਰਨਗੇ? ਹਾਲੇਲੂਇਆ। ਸੱਚਮੁੱਚ
ਯੀਸ਼ੂ ਮਸੀਹ ਸਾਨੂੰ ਪਿਆਰ ਕਰਦੇ ਨੇ, ਉਹ ਜਾਣਦੇ ਨੇ ਕਿ ਤੁਹਾਨੂੰ ਕਿਸ ਚੰਗੀ ਚੀਜ਼ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਯੀਸ਼ੂ ਮਸੀਹ ਨੇ ਸਾਰਾ ਅਧਿਕਾਰ ਆਪਣੀ ਕਲੀਸਿਆ ਨੂੰ, ਆਪਣੀ ਦੁਲਹਨ ਨੂੰ ਦੇ ਦਿੱਤਾ, ਉਸੇ ਤਰ੍ਹਾਂ ਅੱਜ ਤੁਹਾਡੇ ਕੋਲ ਅਧਿਕਾਰ ਹੈ। ਆਪਣੇ ਅਧਿਕਾਰ ਨੂੰ ਇਸਤੇਮਾਲ ਕਰਨਾ ਸਿੱਖੀਏ, ਆਪਣੀਆਂ ਪਾਵਰਸ ਨੂੰ ਇਸਤੇਮਾਲ ਕਰਨਾ ਸਿੱਖੀਏ ਕਿ ਕਿਸ ਰੀਤੀ ਦੇ ਨਾਲ ਅਸੀਂ ਆਪਣੀਆਂ ਪਾਵਰਸ ਨੂੰ ਇਸਤੇਮਾਲ ਕਰ ਸਕਦੇ ਹਾਂ। ਹਾਲੇਲੂਇਆ। ਜੇ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਪ੍ਰਾਰਥਨਾ ਦੇ ਵਿੱਚ ਬੈਠੋ, ਪ੍ਰਭੂ ਤੁਹਾਡੇ ਭੇਤਾਂ ਨੂੰ ਖੋਲਣਗੇ। ਹਾਲੇਲੂਇਆ। ਬਹੁਤ ਲੋਕ ਨਿਰਾਸ਼ ਹੁੰਦੇ ਨੇ, ਰਾਤ ਨੂੰ ਕਈ ਵਾਰ 2 ਵਜੇ 3 ਵਜੇ ਨਿਰਾਸ਼ ਹੁੰਦੇ ਨੇ, ਪ੍ਰਾਰਥਨਾ ਕਰਦੇ ਨੇ, ਪਾਸਟਰ ਜੀ ਸਾਡੇ ਲਈ ਪ੍ਰਾਰਥਨਾ ਕਰੋ। ਪਰ ਯੀਸ਼ੂ ਮਸੀਹ ਨੇ ਤੁਹਾਨੂੰ ਵੀ ਉਹੀ ਅਧਿਕਾਰ ਦਿੱਤਾ। ਤੁਸੀਂ ਖੁਦ ਪ੍ਰਾਰਥਨਾ ਕਰੋਗੇ, ਤੁਸੀਂ ਖੁਦ ਵੀ ਚੰਗੇ ਹੋ ਜਾਓਗੇ। ਤੁਸੀਂ ਖੁਦ ਆਪਣੇ ਲਈ ਪ੍ਰਾਰਥਨਾ ਕਰੋਗੇ, ਤੁਸੀਂ ਖੁਦ ਚੰਗੇ ਹੋ ਜਾਓਗੇ, ਕਿਉਂਕਿ ਯੀਸ਼ੂ ਮਸੀਹ ਨੇ ਆਪਣੀ ਦੁਲਹਨ ਨੂੰ, ਆਪਣੀ ਕਲੀਸਿਆ ਨੂੰ ਸਾਰਾ ਅਧਿਕਾਰ ਦੇ ਦਿੱਤਾ। ਹੁਣ ਤੁਹਾਡੇ ਹੱਥ ਦੇ ਵਿੱਚ ਆ, ਤੁਸੀਂ ਉਸ ਦਾ ਪਿੰਡ ਕਿਸ ਤਰ੍ਹਾਂ ਪਤਾ ਕਰਦੇ ਹੋ, ਤੁਹਾਡੇ ਹੱਥ ਦੇ ਵਿੱਚ ਆ। ਹਾਲੇਲੂਇਆ। ਇਸ ਲਈ ਇਸ ਪਾਮ ਸੰਡੇ ਦੇ ਉੱਤੇ ਇੱਕ ਸਿੱਖ ਕੇ ਜਾਈਏ ਕਿ ਸਾਡੀ ਜ਼ਿੰਦਗੀ ਪਰਮੇਸ਼ਰ ਨੂੰ ਕਿਸ ਤਰ੍ਹਾਂ ਪਾ ਸਕਦੀ ਹੈ, ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੂੰ ਮਹਿਮਾ ਕਿਸ ਤਰ੍ਹਾਂ ਮਿਲ ਸਕਦੀ ਹੈ। ਅੱਜ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਇੱਥੇ ਲਿਖਿਆ, ਲੋਕ ਵਪਾਰ ਕਰਦੇ ਸੀ ਮੰਦਿਰ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਵੀ ਲੋਕ ਵਪਾਰ ਕਰਦੇ ਨੇ, ਆਪਣੇ ਜੀਵਨ ਦੇ ਨਾਲ, ਆਪਣੇ ਜਿਸਮ ਦੇ ਨਾਲ, ਆਪਣੇ ਸਰੀਰ ਦੇ ਨਾਲ ਵਪਾਰ ਕਰਦੇ ਨੇ। ਪਰ ਯੀਸ਼ੂ ਮਸੀਹ ਨੇ ਆਖਿਆ, ਰੋਮੀਆਂ 6:23 ਦੇ ਵਿੱਚ ਲਿਖਿਆ, ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਯੀਸ਼ੂ ਮਸੀਹ ਦੇ ਵਿੱਚ ਹਮੇਸ਼ਾ ਦੀ ਜ਼ਿੰਦਗੀ ਹੈ। ਹਾਲੇਲੂਇਆ। ਉਹ ਹਮੇਸ਼ਾ ਦੀ ਜ਼ਿੰਦਗੀ ਦੇਣ ਵਾਲਾ ਪਰਮੇਸ਼ਰ ਆ, ਉਹ ਤੁਹਾਨੂੰ ਆਸ਼ੀਸ਼ਾਂ ਬਰਕਤਾਂ ਦੇਣ ਵਾਲਾ ਪਰਮੇਸ਼ਰ ਆ। ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ, ਤੁਹਾਨੂੰ ਇਸ ਚਰਚ ਦੇ ਵਿੱਚ ਬੈਠਣ ਨੂੰ ਜਗ੍ਹਾ ਨਹੀਂ ਮਿਲੇਗੀ। ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਪਰਮੇਸ਼ਰ ਦੇ ਵੱਡੇ ਵੱਡੇ ਕੰਮਾਂ ਨੂੰ, ਕਿਉਂਕਿ ਜੋ ਪਰਮੇਸ਼ਰ ਦਾ ਆਤਮਾ ਤੁਹਾਡੇ ਤੇ ਛਾਇਆ ਕਰਦਾ ਹੈ, ਤੁਹਾਡੇ ਤੇ ਕੁਝ ਭੇਤਾਂ ਨੂੰ ਪ੍ਰਗਟ ਕਰਦਾ ਹੈ, ਉਹ ਪੂਰੇ ਹੁੰਦੇ ਨੇ। ਕੋਈ ਵੀ ਬੰਧਨ ਤੁਹਾਡੇ ਭੇਦਾਂ ਨੂੰ ਰੋਕ ਨਹੀਂ ਸਕਦਾ। ਜੋ ਪਰਮੇਸ਼ਰ ਤੁਹਾਡੇ ਤੋਂ ਕੰਮ ਲੈਣਾ ਚਾਹੁੰਦੇ ਨੇ, ਜਦੋਂ ਆਪਾਂ ਹੁਣ ਲੂਕਾ 19:28 ਦੇ ਵਿੱਚ ਪੜ੍ਹਦੇ ਹਾਂ, ਉੱਥੇ ਵੀ ਤੁਸੀਂ ਲਿਖ ਸਕਦੇ ਹੋ ਆਪਣੀ ਕਾਪੀ ਦੇ ਉੱਤੇ, ਲੂਕਾ 19:28 ਦੇ ਵਿੱਚ ਵੀ ਯੀਸ਼ੂ ਮਸੀਹ ਯਰੂਸ਼ਲਮ ਦੇ ਵਿੱਚ ਆ ਰਹੇ ਨੇ, ਉਹਦੇ ਬਾਰੇ ਲਿਖਿਆ। ਯਹੋਨਾ 12:12 ਦੇ ਵਿੱਚ ਵੀ ਦੇਖ ਸਕਦੇ ਹੋ, ਉੱਥੇ ਵੀ ਯੀਸ਼ੂ ਮਸੀਹ ਜਦੋਂ ਆ ਰਹੇ ਨੇ ਉਹਨਾਂ ਦੇ ਬਾਰੇ ਲਿਖਿਆ। ਮਾਰਕਸ 11:1 ਦੇ ਵਿੱਚ ਵੀ ਤੁਸੀਂ ਪੜ੍ਹ ਸਕਦੇ ਹੋ, ਉੱਥੇ ਵੀ ਯੀਸ਼ੂ ਮਸੀਹ ਦੇ ਆਉਣ ਦੇ ਬਾਰੇ ਲਿਖਿਆ ਹੈ। ਅੱਜ ਮੈਂ ਤੁਹਾਨੂੰ ਇਹੀ ਦੱਸਣਾ ਚਾਹਣਾ ਕਿ ਅੱਜ ਦਾ ਜੋ ਵਚਨ ਹੈ, ਆਪਣੇ ਦਿਲ ਨੂੰ ਪਰਮੇਸ਼ਵਰ ਦੇ ਲਈ ਸਹੀ ਬਣਾਈਏ, ਆਪਣੇ ਦਿਲ ਦੇ ਵਿੱਚੋਂ ਸਾਰਾ ਕੂੜਾ ਕਬਾੜਾ, ਸਾਰੀ ਗੰਦਗੀ ਨੂੰ ਦੂਰ ਕਰ ਦਈਏ। ਦੁਨੀਆ ਦੀ ਰੋਜ਼ ਦੋਸਤੀ ਤੇ ਰੱਬ ਨਾਲ ਵੈਰ ਹੈ। ਹਾਲੇਲੂਇਆ। ਪਰਮੇਸ਼ਰ ਤੁਹਾਨੂੰ ਸੱਚਮੁੱਚ ਆਪਣੇ ਆਤਮਿਕ ਫਲਾਂ ਦੇ ਨਾਲ, ਆਪਣੇ ਆਤਮਿਕ ਵਰਦਾਨਾਂ ਦੇ ਨਾਲ, ਆਪਣੀਆਂ ਆਤਮਿਕ ਗੱਲਾਂ ਦੇ ਨਾਲ ਭਰਨਗੇ ਜਦੋਂ ਤੁਸੀਂ ਪਰਮੇਸ਼ਰ ਦੇ ਲਈ ਆਪਣੇ ਦਿਲ ਨੂੰ ਖੋਲੋਗੇ। ਯੀਸ਼ੂ ਮਸੀਹ ਤੁਹਾਡੇ ਦਿਲ ਦੇ ਬੂਹੇ ਤੇ ਖੜੇ ਖਟਖਟਾ ਰਹੇ ਨੇ। ਜੇ ਆਪਾਂ ਬੂਹਾ ਨਹੀਂ ਖੋਲਾਂਗੇ, ਦਰਵਾਜ਼ਾ ਨਹੀਂ ਖੋਲਾਂਗੇ, ਯੀਸ਼ੂ ਮਸੀਹ ਬਾਹਰੋਂ ਬਾਹਰ ਚਲੇ ਜਾਣਗੇ। ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਕੋਈ ਵੀ ਫਰਕ ਨਹੀਂ ਪਏਗਾ। ਰਾਸਤੇ ਵਿੱਚ ਜਾਂਦੇ ਜਾਂਦੇ ਤੁਸੀਂ ਬੋਰਡ ਪੜ੍ਹ ਲਿਆ, ਅੱਗੇ ਸਕੂਲ ਹੈ, ਹੌਲੀ ਚੱਲੋ। ਤੁਸੀਂ ਹੌਲੀ ਨਹੀਂ ਚਲਾਓਗੇ, ਅੱਗੇ ਕਿਸੇ ਬੱਚੇ ਦੇ ਵਿੱਚ ਜ਼ਰੂਰ ਮੋਟਰਸਾਈਕਲ ਲੱਗੇਗਾ। ਕਿਉਂ? ਤੁਸੀਂ ਨੇ ਪੜ੍ਹਤਾ ਲਿਆ ਪਰ ਉਹਦੇ ਮੰਨਣ ਨਹੀਂ ਕੀਤਾ। ਪਰਮੇਸ਼ਰ ਦੇ ਵਚਨ ਦੇ ਵਿੱਚ ਲੋਕ ਕੀ ਆ, ਲੋਕ ਪਰਮੇਸ਼ਰ ਦੇ ਵਚਨ ਨੂੰ ਅਹਿਮੀਅਤ ਨਹੀਂ ਦਿੰਦੇ। ਇੱਕ ਗੱਲ ਮੇਰੀ ਹਮੇਸ਼ਾ ਯਾਦ ਰੱਖਿਓ, ਜਿਸ ਘਰ ਦੇ ਵਿੱਚ ਤੁਹਾਡੀ ਬਾਈਬਲ ਦੇ ਉੱਤੇ ਮਿੱਟੀ ਪਈ ਪਈ ਆ, ਡਸਟ ਪਈ ਆ, ਉਹ ਕਦੇ ਵੀ ਬਰਕਤਾਂ ਨੂੰ ਲੈ ਨਹੀਂ ਸਕਦਾ। ਜਿਸ ਘਰ ਦੇ ਵਿੱਚ ਬਾਈਬਲ ਦੇ ਉੱਤੇ ਡਸਟ ਪਈ ਹੋਈ ਆ, ਮਿੱਟੀ ਪਈ ਹੋਈ ਆ, ਉਹ ਕਦੇ ਵੀ ਬਰਕਤਾਂ ਨੂੰ ਪ੍ਰਾਪਤ ਨਹੀਂ ਕਰ ਸਕਦਾ। ਇੱਕ ਭਾਈ ਸੀ, ਉਸਦੀ ਬਾਈਬਲ ਬਹੁਤ ਨਵੀਂ ਪਈ ਸੀ। ਇੱਕ ਦੂਸਰੇ ਭਾਈ ਸੀ, ਉਹਨਾਂ ਦੀ ਬਾਈਬਲ ਬਹੁਤ ਫਟੀ ਹੋਈ ਸੀ। ਕਹਿੰਦੇ ਵੀ ਸਾਡੀ ਬਾਈਬਲ ਦੇਖੋ ਕਿੰਨੀ ਵਧੀਆ, ਸਾਡੀ ਨਵੀਂ ਪਈ ਆ ਬਾਈਬਲ। ਦੂਸਰਾ ਭਾਈ, ਉਹਦੀ ਬਾਈਬਲ ਬਿਲਕੁਲ ਫਟੀ ਪਈ ਸੀ, ਕਿਉਂਕਿ ਉਹ ਬੰਦੇ ਨੇ ਪੜ੍ਹ ਕੇ ਬਾਈਬਲ ਦੇ ਪੇਜ ਕੀ ਆ, ਇੱਧਰ ਉੱਧਰ ਹੋਏ ਪਏ ਸੀ, ਫਟੇ ਪਏ ਸੀ। ਪਰ ਉਹਦੀ ਬਾਈਬਲ ਨਵੀਂ ਪਈ ਸੀ। ਕਿਉਂ? ਕਹਿੰਦੇ ਬਾਈਬਲ ਨੂੰ ਹੱਥ ਤਾਂ ਲਾਇਆ ਨਹੀਂ, ਪਰਮੇਸ਼ਰ ਦੇ ਵਚਨ ਨੂੰ ਆਪਣੇ ਦਿਲ 'ਚ ਵਸਾਇਆ ਤਾਂ ਹੈ ਨਹੀਂ, ਪੜ੍ਹਿਆ ਤਾਂ ਹੈ ਨਹੀਂ, ਬਾਈਬਲ ਤਾਂ ਆਪੇ ਨਵੀਂ ਰਹਿਣੀ ਆ। ਇਸ ਲਈ ਹਮੇਸ਼ਾ ਪਰਮੇਸ਼ਰ ਦੇ ਲਈ ਆਪਣੇ ਆਪ ਨੂੰ ਤਿਆਰ ਰੱਖੀਏ। ਹਮੇਸ਼ਾ ਯੀਸ਼ੂ ਮਸੀਹ ਦੇ ਲਈ ਆਪਣੇ ਆਪ ਨੂੰ ਤਿਆਰ ਰੱਖੀਏ। ਦੁਨੀਆ ਦੀ ਦੋਸਤੀ ਰੱਬ ਨਾਲ ਵੈਰ ਹੈ। ਦੁਨੀਆ ਇੱਕ ਪਾਸੇ ਤੇ ਯੀਸ਼ੂ ਮਸੀਹ ਇੱਕ ਪਾਸੇ। ਕਿਉਂਕਿ ਹੁਣ ਤੁਸੀਂ ਦੁਨੀਆ ਦੇ ਨਹੀਂ ਹੋ, ਹੁਣ ਤੁਸੀਂ ਯੀਸ਼ੂ ਦੇ ਹੋ। ਦੁਨੀਆ ਦੇ ਵਿੱਚ ਤੁਹਾਡਾ ਪ੍ਰਕਾਸ਼ ਚਮਕਣਾ ਚਾਹੀਦਾ। ਲੋਕ ਤੁਹਾਡੇ ਪ੍ਰਕਾਸ਼ ਨੂੰ ਦੇਖ ਕੇ ਕਹਿਣ ਇਹ ਯੀਸ਼ੂ ਮਸੀਹ ਦੇ ਚੇਲੇ ਨੇ। ਹਾਲੇਲੂਇਆ। ਇੱਕ ਵਾਰ ਜ਼ੋਰਦਾਰ ਤਾੜੀਆਂ ਬਜਾਵਾਂਗੇ ਯੀਸ਼ੂ ਮਸੀਹ ਦੇ ਲਈ, ਜ਼ੋਰਦਾਰ ਤਾੜੀਆਂ। ਜਿਸ ਤਰ੍ਹਾਂ ਅੱਜ ਪਾਮ ਸੰਡੇ ਵਾਲੇ ਦਿਨ ਯੀਸ਼ੂ ਮਸੀਹ ਇੱਕ ਗਧੇ ਦੇ ਬੱਚੇ ਦੇ ਉੱਤੇ ਸਵਾਰ ਹੋ ਕੇ
ਆਏ, ਉਸੇ ਤਰ੍ਹਾਂ ਯਿਸੂ ਮਸੀਹ ਸਾਡੀ ਜ਼ਿੰਦਗੀ ਦੇ ਵਿੱਚ ਵੀ ਆਉਣਾ ਚਾਹੁੰਦੇ ਨੇ। ਆਪਣੀ ਜ਼ਿੰਦਗੀ ਦੇ ਵਿੱਚ ਰਾਜਿਆਂ ਦੇ ਰਾਜੇ ਦਾ ਵੈਲਕਮ ਕਰੀਏ। ਬੋਲੀ ਹਾਲੇਲੂਇਆ। ਕਿਉਂਕਿ ਉਹ ਭਵਿੱਖਬਾਣੀ ਯਸ਼ਾਇਆ 62 ਦੀ 11 ਦੇ ਵਿੱਚ ਲਿਖਿਆ, ਉਹ ਭਵਿੱਖਬਾਣੀ ਹੋਈ ਸੀ ਕਿ ਯਰੂਸ਼ਲਮ ਦੇ ਵਿੱਚ ਇੱਕ ਰਾਜਾ ਆਉਂਦਾ ਹੈ ਜੋ ਗਧੇ ਦੇ ਬੱਚੇ ਦੇ ਉੱਤੇ ਸਵਾਰ ਹੈ। ਤਾਂ ਲੋਕ ਜੋ ਫਰੀਸੀ ਲੋਕ ਸੀ, ਜੋ ਯਿਸੂ ਮਸੀਹ ਨੂੰ ਬੁਰਾ ਸਮਝਦੇ ਸੀ, ਵਧੀਆ ਨਹੀਂ ਸਮਝਦੇ ਸੀ, ਉਹ ਆਪਦੇ ਦਿਲਾਂ ਦੇ ਵਿੱਚ, ਆਪਣੇ ਮਨਾਂ ਦੇ ਵਿੱਚ ਕੁੜਕੜਾਉਣ ਲੱਗੇ ਵੀ ਆਪਦੇ ਆਪ ਨੂੰ ਰਾਜਾ ਸਮਝਦਾ ਹੈ, ਵੀ ਆਪਦੇ ਆਪ ਨੂੰ ਇਹ ਰਾਜਾ ਸਮਝਦਾ ਹੈ। ਆਪਾਂ ਇੱਕ ਐਤ ਪੜਾਂਗੇ, ਮੈਨੂੰ ਯਾਦ ਆਈ ਹੁਣੀ। आइए पढ़िए यूहन्ना 18 की 37 पढ़िए। यूहन्ना 18 की 37 पढ़िए। ਅੱਗੋਂ ਪਿਲਾਤੁਸ ਨੇ ਉਹਨੂੰ ਆਖਿਆ, ਤਾਂ ਫੇਰ ਤੂੰ ਬਾਦਸ਼ਾਹ ਹੈ? ਯਿਸੂ ਨੇ ਉੱਤਰ ਦਿੱਤਾ, ਸਤ ਵਚਨ, ਮੈਂ ਬਾਦਸ਼ਾਹ ਹੀ ਹਾਂ। ਹਾਲੇਲੂਇਆ। ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ, ਭਈ ਸੱਚਾਈ ਉੱਤੇ ਸਾਖੀ ਦਿਆਂ। ਹਰੇਕ ਜੋ ਸੱਚਾਈ ਦਾ ਹੈ ਮੇਰਾ ਵਚਨ ਸੁਣਦਾ ਹੈ। ਹਾਲੇਲੂਇਆ। ਜਦੋਂ ਯਿਸੂ ਮਸੀਹ ਨੂੰ ਫੜ ਕੇ ਲੈ ਗਏ ਸਲੀਬੀ ਮੌਤ ਦੇਣ ਦੇ ਲਈ, ਪਿਲਾਤੁਸ ਦੇ ਅੱਗੇ ਯਿਸੂ ਮਸੀਹ ਨੂੰ ਖੜਾ ਕੀਤਾ। ਅੱਗੋਂ ਪਿਲਾਤੁਸ ਨੇ ਯਿਸੂ ਮਸੀਹ ਨੂੰ ਕੀ ਆਖਿਆ ਕਿ ਤੂੰ ਰਾਜਾ ਹੈ, ਤੂੰ ਪਾਤਸ਼ਾਹ ਹੈ। ਯਿਸੂ ਮਸੀਹ ਨੇ ਉਸਨੂੰ ਕੀ ਉੱਤਰ ਦਿੱਤਾ? ਸੱਚ ਬਚਨ, ਵੀ ਤੂੰ ਬਿਲਕੁਲ ਸੱਚ ਬੋਲ ਰਿਹਾ ਹੈ। ਮੈਂ ਪਾਤਸ਼ਾਹ ਹੀ ਹਾਂ, ਮੈਂ ਰਾਜਾ ਹੀ ਹਾਂ। ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਤਾਂ ਕਿ ਸੱਚਾਈ ਉੱਤੇ ਗਵਾਹੀ ਦਿਆਂ। ਹਰੇਕ ਜੋ ਸੱਚਾਈ ਸੁਣਦਾ ਹੈ, ਜੋ ਮੇਰਾ ਵਚਨ ਸੁਣਦਾ ਹੈ, ਉਹ ਮੇਰੇ ਤੋਂ ਹੈ। ਹਾਲੇਲੂਇਆ। ਯਿਸੂ ਮਸੀਹ ਨੇ ਇਸੇ ਲਈ ਧਰਤੀ ਦੇ ਉੱਤੇ ਆਪਣਾ ਜਨਮ ਲਿਆ। ਯਿਸੂ ਮਸੀਹ ਇੱਕ ਰਾਜਾ ਸੀ, ਪਰ ਉਹ ਅਸੀਂ ਬਚਨ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ, ਪਿਛਲੇ ਦਿਨਾਂ ਦੇ ਵਿੱਚ ਪੜ੍ਹ ਰਹੇ ਸੀ ਕਿ ਯਿਸੂ ਮਸੀਹ ਇੰਨੇ ਨਮਰ ਬਣੇ, ਇੰਨੇ ਦੀਨ ਬਣੇ ਕਿ ਉਹ ਪਰਮੇਸ਼ਵਰ ਦੇ ਸਰੂਪ ਵਿੱਚ ਸੀ, ਮਤਲਬ ਖੁਦ ਪਰਮੇਸ਼ਵਰ ਸੀ, ਲੇਕਿਨ ਇਨਸਾਨਾਂ ਦੇ ਲਈ ਇੰਨੇ ਦੀਨ ਬਣੇ, ਇੰਨੇ ਨਮਰ ਬਣੇ ਕਿ ਆਪਦੇ ਆਪ ਨੂੰ ਸ਼ਰਾਪਿਤ ਕੀਤਾ। ਕਿਉਂਕਿ ਉਸ ਸਮੇਂ ਦੇ ਵਿੱਚ ਇੱਕ ਰੀਤੀ ਰਿਵਾਜ ਸੀ, ਜਿਨ੍ਹਾਂ ਨੂੰ ਸਲੀਬੀ ਮੌਤ ਦਿੱਤੀ ਜਾਂਦੀ ਸੀ, ਜਿਨ੍ਹਾਂ ਨੂੰ ਸਲੀਬ ਦੇ ਉੱਤੇ ਲਟਕਾਇਆ ਜਾਂਦਾ ਸੀ, ਉਹ ਬਹੁਤ ਹੀ ਪਾਪੀ ਮਨੁੱਖ ਹੁੰਦੇ ਸੀ, ਉਹਨਾਂ ਨੂੰ ਬਹੁਤ ਹੀ ਸ਼ਰਾਪਿਤ ਸਮਝਿਆ ਜਾਂਦਾ ਸੀ। ਪਰ ਯਿਸੂ ਮਸੀਹ ਨੇ ਆਪਣੇ ਆਪ ਨੂੰ ਇੰਨਾ ਸ਼ਰਾਪਿਤ ਕੀਤਾ ਕਿ ਉਸਦੇ ਲੋਕ ਸਦਾ ਦੀ ਜ਼ਿੰਦਗੀ ਨੂੰ ਪਾ ਸਕਣ। ਯਿਸੂ ਮਸੀਹ ਨੇ ਇੱਕ ਸ਼ਰਾਪਿਤ ਸਲੀਬ ਦੀ ਜ਼ਿੰਦਗੀ ਨੂੰ ਬਦਲ ਦਿੱਤਾ। ਹਾਲੇਲੂਇਆ। ਯਿਸੂ ਮਸੀਹ ਇੱਕ ਲੱਕੜ ਦੀ ਜ਼ਿੰਦਗੀ ਨੂੰ ਬਦਲ ਸਕਦੇ ਨੇ, ਇੱਕ ਸਲੀਬ ਦੀ, ਇੱਕ ਕਰੂਸ ਦੀ ਜ਼ਿੰਦਗੀ ਨੂੰ ਬਦਲ ਸਕਦੇ ਨੇ। ਤੁਹਾਡੀ ਜ਼ਿੰਦਗੀ ਨੂੰ ਕਿਉਂ ਨਹੀਂ ਬਦਲ ਸਕਦੇ? ਪਹਿਲਾਂ ਲੋਕ ਕਰੂਸ ਤੋਂ ਬਹੁਤ ਨਫ਼ਰਤ ਕਰਦੇ ਸੀ ਕਿਉਂਕਿ ਉਸ ਤੇ ਪਾਪੀਆਂ ਨੂੰ ਲਟਕਾਇਆ ਜਾਂਦਾ ਸੀ, ਸਜ਼ਾ ਦਿੱਤੀ ਜਾਂਦੀ ਸੀ। ਪਰ ਅੱਜ ਕਰੂਸ ਨੂੰ ਲੋਕ ਗਲੇ ਦੇ ਵਿੱਚ ਪਾਉਂਦੇ ਨੇ, ਘਰਾਂ ਦੇ ਵਿੱਚ ਲਾਉਂਦੇ ਨੇ, ਚਰਚਾਂ ਦੇ ਵਿੱਚ ਲਾਉਂਦੇ ਨੇ, ਆਪਣੀਆਂ ਕਾਰਾਂ ਦੇ ਵਿੱਚ ਟੰਗਦੇ ਨੇ, ਹੱਥਾਂ ਦੇ ਵਿੱਚ ਪਾਉਂਦੇ ਨੇ। ਕਿਉਂਕਿ ਪਰਮੇਸ਼ਵਰ ਨੇ ਉਸ ਕਰੂਸ ਦੀ ਵੈਲਿਊ ਨੂੰ ਕੀ ਆ? ਵਧਾ ਦਿੱਤਾ। ਹਾਲੇਲੂਇਆ। ਅੱਜ ਉਸੇ ਤਰ੍ਹਾਂ ਜਦੋਂ ਤੁਸੀਂ ਯਿਸੂ ਮਸੀਹ ਦਾ ਆਪਣੀ ਜ਼ਿੰਦਗੀ ਦੇ ਵਿੱਚ ਸਵਾਗਤ ਕਰੋਗੇ, ਆਪਣੇ ਦਿਲ ਦੇ ਵਿੱਚ ਸਵਾਗਤ ਕਰੋਗੇ, ਤਾਂ ਤੁਹਾਡੀ ਵੈਲਿਊ ਨੂੰ ਯਿਸੂ ਮਸੀਹ ਵਧਾ ਦੇਣਗੇ। ਹਾਲੇਲੂਇਆ। ਮੈਂ ਪਿਛਲੀ ਵਾਰ ਦੱਸਿਆ ਸੀ, ਇੱਕ ਵਾਰ ਦੋ ਗਧੇ ਤੁਰੇ ਜਾ ਰਹੇ ਹੁੰਦੇ ਆ, ਇੱਕ ਗਧਾ ਬਹੁਤ ਖੁਸ਼ ਹੁੰਦਾ, ਇੱਕ ਬਹੁਤ ਨਿਰਾਸ਼ ਹੁੰਦਾ। ਉਹ ਦੂਸਰੇ ਨੂੰ ਪੁੱਛਦਾ, ਤੂੰ ਇੰਨਾ ਨਿਰਾਸ਼ ਕਿਉਂ ਆ? ਉਹ ਕਹਿੰਦਾ, ਕੱਲ ਮੈਂ ਇਹੀ ਰਾਸਤੇ ਦੇ ਉੱਪਰ ਦੀ ਜਾ ਰਿਹਾ ਸੀ, ਲੋਕ ਮੇਰੇ ਅੱਗੇ ਡਾਲੀਆਂ ਸਿੱਟ ਰਹੇ ਸੀ, ਲੋਕ ਮੇਰੇ ਤੇ ਕੱਪੜੇ ਪਾ ਰਹੇ ਸੀ, ਮੇਰਾ ਸਵਾਗਤ ਕਰ ਰਹੇ ਸੀ, ਜਿਸ ਤਰ੍ਹਾਂ ਫੁੱਲ ਨੇ ਵੀ ਲੋਕ ਮੇਰੇ ਤੇ ਫੁੱਲ ਸਿੱਟ ਕੇ ਮੇਰਾ ਕੀ ਕਰਦੇ ਸੀ? ਸਵਾਗਤ ਕਰਦੇ ਸੀ। ਪਰ ਅੱਜ ਮੈਨੂੰ ਕੋਈ ਪੁੱਛ ਨਹੀਂ ਰਿਹਾ। ਦੂਸਰਾ ਗਧਾ ਨੂੰ ਕੀ ਕਹਿੰਦਾ? ਕਹਿੰਦਾ, ਤੈਨੂੰ ਪਤਾ ਨਹੀਂ ਕੱਲ ਤੇਰੇ ਉੱਤੇ ਯਿਸੂ ਮਸੀਹ ਸਵਾਰ ਸੀ, ਤਾਂ ਹੀ ਲੋਕ ਤੇਰਾ ਸਵਾਗਤ ਕਰ ਰਹੇ ਸੀ, ਤਾਂ ਹੀ ਲੋਕ ਤੇਰਾ ਆਦਰ ਕਰ ਰਹੇ ਸੀ। ਉਸੇ ਤਰ੍ਹਾਂ ਯਿਸੂ ਮਸੀਹ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣਗੇ, ਲੋਕ ਤੁਹਾਡਾ ਸਵਾਗਤ ਕਰਨਗੇ। ਹਾਲੇਲੂਇਆ। ਲੋਕ ਤੁਹਾਡਾ ਆਦਰ ਕਰਨਗੇ, ਲੋਕ ਤੁਹਾਨੂੰ ਉੱਚਾ ਚੱਕਣਗੇ। ਜਦੋਂ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਥੱਕ ਜਾਂਦਾ, ਹਾਰ ਜਾਂਦਾ, ਸਾਰੇ ਪਾਸਿਓਂ ਘੁੰਮ ਕੇ ਪਰਮੇਸ਼ਵਰ ਦੇ ਕਦਮਾਂ ਦੇ ਵਿੱਚ ਆਉਂਦਾ, ਚਰਨਾਂ ਦੇ ਵਿੱਚ ਆਉਂਦਾ, ਤਾਂ ਉਹਨੂੰ ਉਹ ਆਰਾਮ ਮਿਲਦਾ ਜੋ ਇਸ ਦੁਨੀਆ ਤੋਂ ਹਟ ਕੇ ਹੈ, ਇਸ ਦੁਨੀਆ ਤੋਂ ਪਰੇ ਹੈ। ਯਿਸੂ ਮਸੀਹ ਨੇ ਆਖਿਆ, ਆਪਣਾ ਸਾਰਾ ਬੋਝ ਮੇਰੇ ਉੱਤੇ ਸੁੱਟ ਦਿਓ, ਮੈਨੂੰ ਤੁਹਾਡਾ ਫਿਕਰ ਆ। ਹਾਲੇਲੂਇਆ। ਇਸ ਲਈ ਹਮੇਸ਼ਾ ਆਪਣੇ ਦਿਲ ਦੇ ਨਾਲ, ਆਪਣੀ ਜਾਨ ਦੇ ਨਾਲ, ਅੱਜ ਦਾ ਇਹੀ ਵਚਨ ਆ, ਅੱਜ ਦਾ ਵਚਨ ਕੀ ਆ ਕਿ ਆਪਣੇ ਜੋ ਆਪਣਾ ਮੰਦਰ ਆ, ਆਪਣਾ ਸਰੀਰ, ਆਪਣਾ ਮੰਦਰ ਆ, ਇਹਨੂੰ ਕੀ ਆ? ਸਾਫ਼ ਰੱਖੀਏ। ਆਪਣੇ ਮੰਦਰ ਨੂੰ ਕੀ ਆ? ਸਾਫ਼ ਰੱਖੀਏ। ਇਸ ਦੇ ਵਿੱਚ ਕੋਈ ਵੀ ਗਲਤ ਚੀਜ਼, ਗਲਤ ਵਿਚਾਰ, ਗਲਤ ਸੋਚਾਂ, ਗਲਤ ਨਸ਼ੇ, ਬਦਕਾਰੀਆਂ, ਕੋਈ ਵੀ ਗਲਤ ਕੰਮ ਇਸ ਦੇ ਵਿੱਚ ਨਾ ਆਉਣ ਦਈਏ। ਆਪਣੇ ਘਰਦਿਆਂ ਦਾ
ਆਗਿਆਕਾਰ ਰਹੋ, ਉਹਨਾਂ ਦੀ ਗੱਲਾਂ ਨੂੰ ਮੰਨੋ, ਪਰਮੇਸ਼ਵਰ ਦੇ ਵਚਨ ਨੂੰ ਅਹਿਮੀਅਤ ਦਿਓ, ਪਰਮੇਸ਼ਵਰ ਦੇ ਵਚਨ ਨੂੰ ਪਹਿਲੇ ਸਥਾਨ ਤੇ ਰੱਖੋ, ਤਾਂ ਯਿਸੂ ਮਸੀਹ ਤੁਹਾਨੂੰ ਵੀ ਪਹਿਲੇ ਸਥਾਨ ਤੇ ਰੱਖਣਗੇ। ਬੋਲੀ ਹਾਲੇਲੂਇਆ। ਇੱਕ ਵਾਰ ਸਾਰੇ ਜਣ ਆਪਾਂ ਕਵਾਂਗੇ, ਹੋਸਾਨਾ ਹੋਸਾਨਾ, ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਦੇ ਉੱਤੇ ਆਉਂਦਾ ਹੈ। ਹਾਲੇਲੂਇਆ ਹਾਲੇਲੂਇਆ। ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਯਿਸੂ ਮਸੀਹ ਦਾ ਸਵਾਗਤ ਕਰਾਂਗੇ, ਜ਼ੋਰਦਾਰ ਤਾੜੀਆਂ ਦੇ ਨਾਲ। ਆਈਏ ਆਪਾਂ ਸਾਰੇ ਜਣ ਆਪਣੀ ਜਗ੍ਹਾ ਤੇ ਖੜੇ ਹੋ ਜਾਵਾਂਗੇ।